एवरीवन वेलकम टू द चैनल। फ्रेंड्स, इस दुनिया ते ना कुछ कुछ चीज़ें लिविंग है, जिवें कि तुसी, प्लांट्स, एनिमल्स, बैक्टीरिया। सो ये जो भी लिविंग चीज़ां ਹੁੰਦੀਆਂ ਨਾ ਇਹ ਕਾਹਦੀਆਂ ਬਣੀਆਂ ਹੁੰਦੀਆਂ ਮੀਨਸ ਇਹਨਾਂ ਦੀ ਬੋਡੀ ਦੀ ਕੰਪੋਜੀਸ਼ਨ ਕੀ ਹੋਏਗੀ। ਸੋ ਜੋ ਵੀ ਲਿਵਿੰਗ ਚੀਜ਼ਾਂ ਹੁੰਦੀਆਂ ਨਾ ਉਹ ਨॉन ਲਿਵਿੰਗ ਐਟਮਸ ਜਾਂ ਮੋਲੀਕਿਊਲਸ ਤੋਂ ਹੀ ਬਣਦੀਆਂ। ਸੋ ਉਹ ਨॉन ਲਿਵਿੰਗ ਮੋਲੀਕਿਊਲਸ ਜਿਨ੍ਹਾਂ ਕਰਕੇ ਆਪਣੀ ਲਾਈਫ ਪੋਸੀਬਲ ਹੈ ਉਹਨਾਂ ਮੋਲੀਕਿਊਲਸ ਨੂੰ ਆਪਾਂ ਬੋਲਦੇ ਹਾਂ ਬਾਇਓਮੋਲੀਕਿਊਲਸ। ਸੋ ਅੱਜ ਆਪਾਂ ਇਹੀ ਟੌਪਿਕ ਪੜ੍ਹਨਾ ਹੈ, ਬਾਇਓਮੋਲੀਕਿਊਲਸ। ਸੋ ਆਓ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਤੁਸੀਂ ਪਤਾ ਕਿਵੇਂ ਕਰੋਗੇ ਕਿ ਆਪਣੀ ਬੋਡੀ ਦੇ ਵਿੱਚ, ਆਪਣੇ ਟਿਸ਼ੂਜ਼ ਦੇ ਵਿੱਚ ਕਿਹੜੇ-ਕਿਹੜੇ ਬਾਇਓਮੋਲੀਕਿਊਲਸ ਪ੍ਰੈਜ਼ੈਂਟ ਹੈ। ਤਾਂ ਉਹਦੇ ਲਈ ਤੁਹਾਨੂੰ ਇੱਕ ਟਿਸ਼ੂ ਲੈਣਾ ਪਏਗਾ, ਲਿਵਿੰਗ ਟਿਸ਼ੂ। ਉਹਦੇ ਲਈ ਤੁਹਾਨੂੰ ਇੱਕ ਲਿਵਿੰਗ ਟਿਸ਼ੂ ਲੈਣਾ ਪਏਗਾ। ਤੁਸੀਂ ਇੱਕ ਲਿਵਿੰਗ ਟਿਸ਼ੂ ਲੈਣਾ ਹੈ। ਉਹ ਲਿਵਿੰਗ ਟਿਸ਼ੂ ਤੁਸੀਂ ਕਿੱਥੋਂ ਲੈ ਸਕਦੇ ਹੋ? ਲੀਵਸ ਤੋਂ ਲੈ ਸਕਦੇ ਹੋ, ਪਲਾਂਟਸ ਦਾ ਕੋਈ ਪਾਰਟ ਜਾਂ ਫਿਰ ਐਨੀਮਲ ਟਿਸ਼ੂ। ਓਕੇ, ਉਹਨੂੰ ਤੁਸੀਂ ਡਿਜ਼ੋਲਵ ਕਰਨਾ ਹੈ ਟ੍ਰਾਈਕਲੋਰੋਐਸੀਟਿਕ ਐਸਿਡ 'ਚ। ਅਗਰ ਆਪਾਂ ਇੱਕ ਲਿਵਿੰਗ ਟਿਸ਼ੂ ਨੂੰ ਟ੍ਰਾਈਕਲੋਰੋਐਸੀਟਿਕ ਐਸਿਡ 'ਚ ਡਿਜ਼ੋਲਵ ਕਰਾਂਗੇ ਐਂਡ ਉਸ ਤੋਂ ਬਾਅਦ ਉਹਨੂੰ ਮੋਟਰ ਐਂਡ ਪੈਸਲ ਨਾਲ ਗ੍ਰਾਈਂਡ ਕਰ ਲਾਂਗੇ, ਫਿਰ ਆਪਣੇ ਕੋਲ ਇੱਕ ਥਿਕ ਸਲਰੀ ਆ ਜਾਏਗੀ। ਓਕੇ, ਇੱਕ ਥਿਕ ਸਲਰੀ ਆਪਣੇ ਕੋਲ ਓਬਟੇਨ ਹੁੰਦੀ ਹੈ। ਫਿਰ ਆਪਾਂ ਉਹਨੂੰ ਕੀ ਕਰਨਾ, ਫਿਲਟਰ ਕਰ ਲੈਣਾ ਹੈ। ਫਿਲਟਰ ਕਰਨ ਤੋਂ ਬਾਅਦ ਜਿਹੜੇ ਮੋਲੀਕਿਊਲਸ ਐਸਿਡ 'ਚ ਡਿਜ਼ੋਲਵ ਹੋ ਗਏ ਉਹ ਨੀਚੇ ਆ ਜਾਣਗੇ, ਮੀਨਸ ਉਹ ਬਣਾ ਲੈਣਗੇ ਇੱਕ ਫਿਲਟਰੇਟ। ਜਿਹੜੇ ਫਿਲਟਰ ਦੇ ਉੱਪਰ ਰਹਿ ਜਾਣਗੇ ਉਹ ਹੋ ਜਾਣਗੇ ਨਾਨ ਫਿਲਟਰੇਟ। ਓਕੇ, ਉਹਨੂੰ ਆਪਾਂ ਕੀ ਬੋਲਾਂਗੇ, ਰਿਟੈਂਟੇਟ। ਓਕੇ, ਸੋ ਜੋ ਫਿਲਟਰ ਹੋ ਗਏ ਉਹ ਹੁੰਦੇ ਨੇ ਐਸਿਡ ਸੋਲਿਊਬਲ, ਬਿਕੋਜ਼ ਉਹ ਐਸਿਡ ਜਿਹੜਾ ਪਾਇਆ ਸੀ ਉਹਦੇ ਵਿੱਚ ਡਿਜ਼ੋਲਵ ਹੋ ਕੇ ਨੀਚੇ ਆ ਗਏ। ਐਂਡ ਦੂਜੇ ਹੁੰਦੇ ਨੇ ਨਾਨ ਫਿਲਟਰੇਟ, ਮੀਨਸ ਉਹ ਡਿਜ਼ੋਲਵ ਨਹੀਂ ਹੋਏ, ਉਹ ਉੱਪਰ ਹੀ ਰਹਿ ਗਏ, ਉਹ ਹੁੰਦੇ ਨੇ ਐਸਿਡ ਇਨਸੋਲਿਊਬਲ। ਓਕੇ, ਸੋ ਹੁਣ ਆਪਾਂ ਚੈੱਕ ਕਰਨਾ ਹੈ ਜਿਹੜੇ ਐਸਿਡ ਇਨਸੋਲਿਊਬਲ ਫ੍ਰੈਕਸ਼ਨ ਦੇ ਵਿੱਚ ਆਉਣਗੇ, ਮੀਨਸ ਜਿਹੜੇ ਉੱਪਰ ਰਹਿ ਜਾਣਗੇ ਫਿਲਟਰ ਪੇਪਰ ਦੇ, ਉਹ ਹੁੰਦੇ ਆ ਬਾਇਓ ਮੈਕਰੋਮੋਲੀਕਿਊਲ। ਮੀਨਸ ਮੈਕਰੋ ਮੀਨਸ ਲਾਰਜ, ਹੈ ਨਾ। ਸੋ ਜੋ ਸਾਈਜ਼ ਦੇ ਵਿੱਚ ਵੱਡੇ ਹੁੰਦੇ ਆ ਮੋਲੀਕਿਊਲਸ ਉਹ ਉੱਪਰ ਰਹਿ ਜਾਣਗੇ, ਮੀਨਸ ਐਸਿਡ ਇਨਸੋਲਿਊਬਲ ਫ੍ਰੈਕਸ਼ਨ। ਜਿਹੜੇ ਮੋਲੀਕਿਊਲਸ ਸਮਾਲ ਹੈ ਸਾਈਜ਼ ਦੇ ਵਿੱਚ ਉਹ ਹੁੰਦੇ ਨੇ ਬਾਇਓ ਮਾਈਕਰੋਮੋਲੀਕਿਊਲ। ਸੋ ਉਹ ਫਿਲਟਰ ਹੋ ਕੇ ਨੀਚੇ ਆ ਜਾਣਗੇ। ਸੋ ਜੋ ਬਾਇਓ ਮਾਈਕਰੋਮੋਲੀਕਿਊਲਸ ਹੋਣਗੇ ਉਹਨਾਂ ਦਾ ਮੋਲੀਕੂਲਰ weight ਹੋਏਗਾ ਲੋ ਐਂਡ ਬਾਇਓ ਮੈਕਰੋਮੋਲੀਕਿਊਲਸ ਦਾ ਮੋਲੀਕੂਲਰ weight ਹੋਏਗਾ ਹਾਈ। ਕਲੀਅਰ? ਸੋ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਆਪਾਂ ਬਾਇਓ ਮਾਈਕਰੋਮੋਲੀਕਿਊਲ ਤੇ ਮੈਕਰੋਮੋਲੀਕਿਊਲ ਨੂੰ ਸੈਪਰੇਟ ਕਰ ਸਕਦੇ ਹਾਂ। ਫਿਰ ਆਪਾਂ ਉਹਨਾਂ ਦੀ ਕੰਪੋਜੀਸ਼ਨ ਚੈੱਕ ਕਰਦੇ ਹਾਂ ਕਿ ਮੈਕਰੋਮੋਲੀਕਿਊਲਸ 'ਚ ਕਿਹੜੇ-ਕਿਹੜੇ ਹੈ ਐਂਡ ਮਾਈਕਰੋਮੋਲੀਕਿਊਲਸ 'ਚ ਕਿਹੜੇ-ਕਿਹੜੇ ਮੋਲੀਕਿਊਲਸ ਪ੍ਰੈਜ਼ੈਂਟ ਹੈ। ਸੋ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਨੈਕਸਟ, ਬਾਇਓਮੋਲੀਕਿਊਲਸ। ਸੋ ਆਪਾਂ ਹੁਣੇ ਦੇਖਿਆ ਨਾ ਕਿ ਬਾਇਓ ਮਾਈਕਰੋਮੋਲੀਕਿਊਲ ਐਂਡ ਬਾਇਓ ਮੈਕਰੋਮੋਲੀਕਿਊਲ ਜੋ ਹੈ ਉਹਨਾਂ ਦਾ ਮੋਲੀਕੂਲਰ weight ਦੇਖੋ, ਇਹਦਾ ਕੀ ਹੈ 18 to 800 ਡਾਲਟਨ ਐਂਡ ਇਹਦਾ ਕੀ ਹੈ ਮੋਰ ਦੈਨ 10,000 ਡਾਲਟਨ। ਸੋ ਡਾਲਟਨ ਇੱਕ ਮੈਜ਼ਰਮੈਂਟ ਕਰਨ ਲਈ ਯੂਨਿਟ ਹੈ ਕਿ ਜੋ ਮੋਲੀਕਿਊਲਸ ਹੈ ਉਹਨਾਂ ਦਾ weight ਅਗਰ 18 to 800 ਦੇ ਵਿੱਚ ਹੈ ਤਾਂ ਉਹ ਹੋਣਗੇ ਮਾਈਕਰੋਮੋਲੀਕਿਊਲ। ਅਗਰ ਉਹਨਾਂ ਦਾ weight ਜ਼ਿਆਦਾ ਹੈ 800 ਤੋਂ ਜਾਂ 10,000 ਤੋਂ ਜ਼ਿਆਦਾ ਹੈ ਤਾਂ ਹੋਣਗੇ ਬਾਇਓ ਮੈਕਰੋਮੋਲੀਕਿਊਲ। ਸੋ ਉਹਦੇ ਵਿੱਚ ਕਿਹੜੀ ਕੈਟੇਗਰੀਜ਼ ਆਉਂਦੀਆਂ ਦੇਖੋ, ਮਾਈਕਰੋਮੋਲੀਕਿਊਲ 'ਚ ਆ ਰਿਹਾ ਅਮਾਈਨੋ ਐਸਿਡ। ਓਕੇ, ਅਮਾਈਨੋ ਐਸਿਡ ਜੋ ਕਿ ਕੀ ਲਿਖਿਆ ਦੇਖੋ, ਬਿਲਡਿੰਗ ਬਲੌਕ ਆਫ ਪ੍ਰੋਟੀਨਸ। ਸੋ ਜਿਹੜੇ ਪ੍ਰੋਟੀਨਸ ਹੁੰਦੇ ਨੇ ਨਾ, ਦੇਖੋ ਇੱਧਰ ਪ੍ਰੋਟੀਨ ਆ ਰਿਹਾ, ਮੀਨਸ ਜੋ ਪ੍ਰੋਟੀਨ ਹੈ ਉਹ ਮੈਕਰੋਮੋਲੀਕਿਊਲ ਹੈ। ਬਟ ਉਹ ਮੈਕਰੋਮੋਲੀਕਿਊਲ ਕਾਹਦਾ ਬਣਿਆ ਹੋਇਆ ਹੈ? ਉਹ ਮਾਈਕਰੋਮੋਲੀਕਿਊਲਸ ਦਾ ਬਣਿਆ ਹੈ। ਕਿਹੜੇ ਮਾਈਕਰੋਮੋਲੀਕਿਊਲ ਦਾ ਬਣਿਆ ਹੈ? ਅਮਾਈਨੋ ਐਸਿਡ। ਸੋ ਜੋ ਪ੍ਰੋਟੀਨਸ ਹੁੰਦੇ ਨੇ ਉਹ ਕਾਹਦੇ ਬਣੇ ਹੁੰਦੇ ਆ? ਅਮਾਈਨੋ ਐਸਿਡਸ ਦੇ। ਇਸ ਇਮੇਜ 'ਚ ਦੇਖੋ, ਇਹ ਮਸਲ ਹੈ, ਇਹ ਐਨਜ਼ਾਈਮ ਹੈ। ਸੋ ਇਹ ਦੋਨੋਂ ਕੀ ਹੈ? ਪ੍ਰੋਟੀਨਸ ਹੈ। ਇਹ ਫਰਦਰ ਦੇਖੀਏ ਅਗਰ ਆਪਾਂ, ਇਹ ਕਾਹਦੇ ਬਣੇ ਹੋਏ ਆ? ਅਮਾਈਨੋ ਐਸਿਡ। ਸੋ ਇੱਕ ਅਮਾਈਨੋ ਐਸਿਡ ਦਾ ਸਟਰਕਚਰ ਹੈ, ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਸੈਂਟਰ ਦੇ ਵਿੱਚ ਕਾਰਬਨ ਹੈ, ਇਹਦੇ ਰਾਈਟ ਸਾਈਡ ਤੇ ਲੱਗਾ ਹੋਇਆ COOH ਮੀਨਸ ਕਾਰਬੋਕਸਿਲਿਕ ਐਸਿਡ ਗਰੁੱਪ, ਲੈਫਟ ਸਾਈਡ ਤੇ NH2 ਗਰੁੱਪ ਮੀਨਸ ਅਮਾਈਨ ਗਰੁੱਪ, ਉੱਪਰ ਇੱਕ ਹਾਈਡਰੋਜਨ ਹੈ ਐਂਡ ਨੀਚੇ R ਗਰੁੱਪ। R ਗਰੁੱਪ ਦੀ ਜਗ੍ਹਾ ਤੇ ਕੋਈ ਵੀ ਗਰੁੱਪ ਆ ਸਕਦਾ ਹੈ। ਸੈਕਿੰਡ, ਨਿਊਕਲੀਓਟਾਈਡ। ਓਕੇ, ਸੋ ਇਸ ਸਾਈਡ ਕੀ ਹੈ? ਨਿਊਕਲਿਕ ਐਸਿਡ। ਸੋ ਨਿਊਕਲਿਕ ਐਸਿਡ ਸੁਣਿਆ ਤੁਸੀਂ? DNA, RNA ਫੁੱਲ ਫਾਰਮ ਪਤਾ ਨਾ ਤੁਹਾਨੂੰ? DNA ਦੀ ਫੁੱਲ ਫਾਰਮ ਕੀ ਹੁੰਦੀ ਹੈ? ਡੀਆਕਸੀ ਰਾਈਬੋ ਨਿਊਕਲਿਕ ਐਸਿਡ ਐਂਡ RNA ਦੀ ਫੁੱਲ ਫਾਰਮ ਰਾਈਬੋ ਨਿਊਕਲਿਕ ਐਸਿਡ। ਸੋ ਇਹ ਜੋ ਨਿਊਕਲਿਕ ਐਸਿਡਸ ਹੈ ਇਹ ਜੈਨੇਟਿਕ ਇਨਫੋਰਮੇਸ਼ਨ ਨੂੰ ਸਟੋਰ ਕਰਦੇ ਹੈ, ਰਾਈਟ। ਐਂਡ ਇਹ ਫਰਦਰ ਇਹ ਕਾਹਦੇ ਬਣੇ ਹੋਏ ਆ? ਇਹ ਨਿਊਕਲੀਓਟਾਈਡ ਦੇ ਬਣੇ ਹੋਏ ਆ, ਬਿਲਡਿੰਗ ਬਲੌਕਸ ਆਫ ਨਿਊਕਲਿਕ ਐਸਿਡ। ਸੋ ਨਿਊਕਲੀਓਟਾਈਡ ਮਿਲ ਕੇ ਕੀ ਬਣਾਉਂਦਾ ਹੈ? ਨਿਊਕਲਿਕ ਐਸਿਡ ਬਣਾਉਂਦਾ। ਸੋ ਇਹ ਹੈ ਇਹਦਾ ਸਟਰਕਚਰ, ਨਿਊਕਲੀਓਟਾਈਡ ਦਾ ਸਟਰਕਚਰ, ਜਿਹਦੇ ਵਿੱਚ ਕੀ ਆ ਰਿਹਾ? ਇੱਕ ਫਾਸਫੇਟ ਗਰੁੱਪ, ਪੈਂਟੋਸ ਸ਼ੂਗਰ ਐਂਡ ਨਾਈਟ੍ਰੋਜੀਨਸ ਬੇਸ।
ਸੋ ਇਹ ਤਿੰਨ ਚੀਜ਼ਾਂ ਆ ਰਹੀਆਂ ਇੱਕ ਨਿਊਕਲੀਓਟਾਈਡ 'ਚ ਐਂਡ ਬਹੁਤ ਸਾਰੇ ਨਿਊਕਲੀਓਟਾਈਡਸ ਮਿਲ ਕੇ ਕੀ ਬਣਾਉਣਗੇ ਨਿਊਕਲਿਕ ਐਸਿਡ। ਥਰਡ ਆਪਾਂ ਦੇਖਦੇ ਹਾਂ ਮੋਨੋਸੈਕਰਾਈਡ। ਮੋਨੋ ਮੀਨਸ 1। ਸੋ ਇੱਕ ਸੈਕਰਾਈਡ ਦਾ ਮੋਲੀਕਿਊਲ ਹੋਏਗਾ ਇਹਦੇ ਵਿੱਚ। ਆ ਪਿਕਚਰ 'ਚ ਦੇਖੋ ਇੱਕ ਗਲੂਕੋਜ਼ ਦਾ ਮੋਲੀਕਿਊਲ ਬਣਿਆ ਹੋਇਆ ਐਂਡ ਇਸ ਸਾਈਡ ਦੇਖੋ ਪੋਲੀਸੈਕਰਾਈਡ। ਪੋਲੀਸੈਕਰਾਈਡ ਮੀਨਸ ਮੈਨੀ ਸੈਕਰਾਈਡਸ। ਸੋ ਇਹ ਕਿਹਦੇ ਤੋਂ ਬਣਿਆ? ਇਹ ਬਹੁਤ ਸਾਰੇ ਮੋਨੋਸੈਕਰਾਈਡਸ ਤੋਂ ਮਿਲ ਕੇ ਬਣਿਆ। ਸੋ ਜੋ ਮੋਨੋਸੈਕਰਾਈਡ ਹੈ ਉਹ ਮਾਈਕਰੋਮੋਲੀਕਿਊਲ ਹੈ, ਜੋ ਪੋਲੀਸੈਕਰਾਈਡ ਹੈ ਉਹ ਮੈਕਰੋਮੋਲੀਕਿਊਲ ਹੈ। ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਫਰੂਟਸ ਬਣੇ ਹੋਏ ਆ ਤਾਂ ਫਰੂਟਸ ਵਿੱਚ ਗਲੂਕੋਜ਼ ਪ੍ਰੈਜ਼ੈਂਟ ਹੁੰਦਾ ਹੈ। ਸੋ ਇਹ ਰਾਈਸ ਐਂਡ ਟਰੀ ਬਣਿਆ ਹੋਇਆ, ਸੋ ਇਹਦੇ ਵਿੱਚ ਪੋਲੀਸੈਕਰਾਈਡਸ ਪ੍ਰੈਜ਼ੈਂਟ ਹੋਣਗੇ। ਜ਼ਿਆਦਾ ਡਿਟੇਲਸ ਆਪਾਂ ਚੈਪਟਰ ਦੇ ਨਾਲ ਨਾਲ ਕਰੀ ਜਾਵਾਂਗੇ। ਨੈਕਸਟ ਦੇਖੋ ਲਿਪਿਡ। ਦੇਖੋ ਲਿਪਿਡ ਦੋਨਾਂ 'ਚ ਬਣਿਆ ਹੋਇਆ, ਇਹ ਕੀ ਚੱਕਰ ਹੈ? ਦੋਨਾਂ ਦੇ ਵਿੱਚ ਕਿਵੇਂ ਹੋ ਸਕਦਾ ਹੈ ਮਾਈਕਰੋ ਤੇ ਮੈਕਰੋ? ਇਹਦਾ ਰੀਜ਼ਨ ਹੈ ਕਿ ਜੋ ਲਿਪਿਡ ਹੈ ਨਾ ਉਹ ਨਾ ਐਸਿਡ ਇਨਸੋਲਿਊਬਲ ਫ੍ਰੈਕਸ਼ਨ ਦੇ ਵਿੱਚ ਆ ਜਾਂਦਾ। ਆਪਾਂ ਪਿੱਛੇ ਦੇਖਿਆ ਨਾ ਹੁਣੇ ਕਿ ਜਿਹੜਾ ਉੱਪਰ ਉੱਪਰ ਬਚ ਜਾਂਦਾ ਸੀ ਫਿਲਟਰ ਪੇਪਰ ਦੇ ਉੱਪਰ ਜੋ ਬਚ ਜਾਂਦਾ ਐਸਿਡ ਇਨਸੋਲਿਊਬਲ ਹੁੰਦੇ ਸੀ ਉਹਦੇ ਵਿੱਚ ਮੈਕਰੋਮੋਲੀਕਿਊਲਸ ਆਉਂਦੇ ਨੇ। ਤਾਂ ਜੋ ਲਿਪਿਡ ਹੈ ਨਾ ਉੱਪਰ ਬਚ ਜਾਂਦਾ ਮੀਨਸ ਐਸਿਡ ਇਨਸੋਲਿਊਬਲ ਫ੍ਰੈਕਸ਼ਨ ਦੇ ਵਿੱਚ, ਬਟ ਐਕਚੁਅਲ ਦੇ ਵਿੱਚ ਇਹ ਇੱਕ ਮਾਈਕਰੋਮੋਲੀਕਿਊਲ ਹੈ। ਇਹਦਾ ਰੀਜ਼ਨ ਦੇਖਦੇ ਆਪਾਂ why lipids are not strictly classified as macromolecules। ਸੋ ਲਿਪਿਡਸ ਜੋ ਹੁੰਦੇ ਆ ਨਾ ਸਹੀ ਮਾਇਨੇ 'ਚ ਮਾਈਕਰੋਮੋਲੀਕਿਊਲਸ ਹੈ ਬਟ ਉਹ ਮੈਕਰੋਮੋਲੀਕਿਊਲਸ ਦੇ ਨਾਲ ਸੈਪਰੇਟ ਹੋ ਜਾਂਦੇ ਆ। ਤਾਂ ਇਹਦਾ ਆਪਾਂ ਰੀਜ਼ਨ ਦੇਖਣਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੋ ਮੈਕਰੋਮੋਲੀਕਿਊਲਸ ਹੈ ਉਹ ਲਾਰਜ ਬਾਇਓਮੋਲੀਕਿਊਲਸ ਹੁੰਦੇ ਆ ਜਿਨ੍ਹਾਂ ਦਾ ਮੋਲੀਕੂਲਰ weight ਹੁੰਦਾ ਹਾਈ। ਬਟ ਲਿਪਿਡ ਇਸ ਕੈਟਾਗਰੀ 'ਚ ਕਿਉਂ ਨਹੀਂ ਆਉਂਦੇ? ਕਿਉਂਕਿ ਜੋ ਲਿਪਿਡਸ ਹੈ ਉਹਨਾਂ ਦਾ ਮੋਲੀਕੂਲਰ weight ਕੀ ਹੈ? ਲੋ ਮੋਲੀਕੂਲਰ weight ਅੰਡਰ 800 ਡਾਲਟਨ। ਸੋ 800 ਡਾਲਟਨ ਤੋਂ ਘੱਟ ਹੁੰਦਾ ਲਿਪਿਡਸ ਦਾ weight। ਐਂਡ ਸੈਕਿੰਡ ਇਜ਼ ਪ੍ਰੈਜ਼ੈਂਟ ਇਨ ਐਸਿਡ ਇਨਸੋਲਿਊਬਲ ਫ੍ਰੈਕਸ਼ਨ। ਜੋ ਲਿਪਿਡਸ ਹੈ ਉਹ ਇਨਸੋਲਿਊਬਲ ਫ੍ਰੈਕਸ਼ਨ ਦੇ ਨਾਲ ਹੀ ਸੈਪਰੇਟ ਹੋ ਜਾਂਦੇ ਆ। ਬਟ ਐਸਿਡ ਇਨਸੋਲਿਊਬਲ 'ਚ ਕੌਣ ਸੈਪਰੇਟ ਹੁੰਦੇ ਆ? ਮੈਕਰੋਮੋਲੀਕਿਊਲਸ। ਇਹਦਾ ਰੀਜ਼ਨ ਕੀ ਹੈ ਕਿ ਜੋ ਲਿਪਿਡਸ ਹੁੰਦੇ ਆ ਨਾ ਉਹ ਐਗਰੀਗੇਟ ਟੂਗੈਦਰ ਟੂ ਫਾਰਮ ਵਾਟਰ ਇਨਸੋਲਿਊਬਲ ਸਟਰਕਚਰਸ ਕਾਲਡ ਵੈਸਿਕਲਸ। ਸੋ ਜੋ ਲਿਪਿਡਸ ਹੈ ਨਾ ਉਹ ਐਗਰੀਗੇਟ ਕਰਕੇ ਇਕੱਠੇ ਹੋ ਕੇ ਇੱਕ ਵੈਸਿਕਲ ਵਰਗਾ ਸਟਰਕਚਰ ਬਣਾ ਲੈਂਦੇ ਆ ਜੋ ਕਿ ਫਿਲਟਰ ਨਹੀਂ ਹੋ ਪਾਉਂਦਾ ਐਂਡ ਉੱਪਰ ਹੀ ਰਹਿ ਜਾਂਦਾ ਮੈਕਰੋਮੋਲੀਕਿਊਲਸ ਦੇ ਨਾਲ ਹੀ। ਓਕੇ, ਸੋ ਇਹ ਲਿਪਿਡ ਦੀ ਪ੍ਰੋਪਰਟੀ ਹੈ ਕਿ ਉਹ ਵੈਸਿਕਲਸ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰਦਾ। ਸੋ ਦੈਟ ਇਜ਼ ਵਾਈ ਇਹ ਡਿਜ਼ੋਲਵ ਨਹੀਂ ਹੁੰਦਾ ਐਸਿਡ ਦੇ ਵਿੱਚ, ਇਹ ਰਿਟੈਂਟੇਟ ਦੀ ਤਰ੍ਹਾਂ ਉੱਪਰ ਰਹਿ ਜਾਂਦਾ। ਸੋ ਲਿਪਿਡਸ ਸਹੀ ਮਾਇਨੇ 'ਚ ਕੀ ਹੈ? ਮਾਈਕਰੋਮੋਲੀਕਿਊਲਸ, ਬਟ ਇਹ ਮੈਕਰੋਮੋਲੀਕਿਊਲਸ ਦੇ ਨਾਲ ਸੈਪਰੇਟ ਹੁੰਦੇ ਆ। ਨਾਓ ਰੀਜ਼ਨ ਪਤਾ ਲੱਗ ਗਿਆ ਤੁਹਾਨੂੰ। ਸੋ ਲੈਟ ਅਸ ਮੂਵ ਫਾਰਵਰਡ। ਪ੍ਰਾਇਮਰੀ ਮੈਟਾਬੋਲਾਈਟਸ ਐਂਡ ਸੈਕੰਡਰੀ ਮੈਟਾਬੋਲਾਈਟਸ। ਦੇਖੋ ਪ੍ਰਾਇਮਰੀ ਨੇਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਇਹ ਜੋ ਮੇਨ ਆਪਣੀ ਬਾਡੀ ਦੇ ਵਿੱਚ ਫੰਕਸ਼ਨਸ ਹੁੰਦੇ ਆ ਫਿਜ਼ੀਓਲੋਜੀਕਲ ਪ੍ਰੋਸੈਸਿਸ ਉਹਨਾਂ ਦੇ ਵਿੱਚ ਹੈਲਪ ਕਰਦੇ ਆ। ਸੋ ਪ੍ਰਾਇਮਰੀ ਮੈਟਾਬੋਲਾਈਟਸ ਉਹ ਮੋਲੀਕਿਊਲਸ ਹੈ ਜੋ ਕਿ ਐਨੀਮਲ ਟਿਸ਼ੂ 'ਚ ਪ੍ਰੈਜ਼ੈਂਟ ਹੈ ਐਂਡ ਸੈਕੰਡਲੀ ਜੋ ਵੀ ਆਪਣੀ ਬਾਡੀ ਦੇ ਵਿੱਚ ਮੇਨ ਫਿਜ਼ੀਓਲੋਜੀਕਲ ਪ੍ਰੋਸੈਸਿਸ ਹੋ ਰਹੀਆਂ ਲਾਈਕ ਡਾਈਜੈਸ਼ਨ, ਗਰੋਥ, ਉਹਨਾਂ ਦੇ ਵਿੱਚ ਹੈਲਪ ਕਰਦੇ ਆ। ਸੈਕੰਡਰੀ ਮੈਟਾਬੋਲਾਈਟਸ ਜੋ ਹੁੰਦੇ ਆ ਉਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ? ਪਲਾਂਟਸ, ਫੰਗਸ ਐਂਡ ਮਾਈਕਰੋਬਸ। ਇਹਨਾਂ ਦਾ ਜੋ ਰੋਲ ਹੈ ਉਹ ਖਾਸ ਪਤਾ ਨਹੀਂ ਹੈ, ਜਿਵੇਂ ਕਿ ਰਬੜ, ਡਰੱਗਸ, ਸਪਾਈਸਿਸ, ਸੈਂਡਸ, ਪਿਗਮੈਂਟਸ। ਦੇਖੋ ਇਹਨਾਂ ਤੋਂ ਬਿਨਾਂ ਵੀ ਤਾਂ ਲਾਈਫ ਪੋਸੀਬਲ ਹੈ ਨਾ। ਯੂਜ਼ ਤਾਂ ਹੁੰਦੇ ਆ ਇਹ ਸਾਰੇ ਬਟ ਇਹ ਕੋਈ ਮੇਨ ਫੰਕਸ਼ਨ ਨਹੀਂ ਪਰਫਾਰਮ ਕਰ ਰਹੇ। ਠੀਕ ਹੈ, ਸੋ ਉਹ ਮੋਲੀਕਿਊਲਸ ਜਿਹੜੇ ਮੇਨ ਫੰਕਸ਼ਨ ਪਰਫਾਰਮ ਕਰਦੇ ਆ ਉਹ ਹੁੰਦੇ ਨੇ ਪ੍ਰਾਇਮਰੀ ਮੈਟਾਬੋਲਾਈਟਸ ਐਂਡ ਸੈਕੰਡਰੀ ਮੈਟਾਬੋਲਾਈਟਸ ਜਿਨ੍ਹਾਂ ਦਾ ਕੋਈ ਖਾਸ ਰੋਲ ਨਹੀਂ ਹੈ ਬਟ ਉਹ ਵੈਸੇ ਆਪਣੇ ਯੂਜ਼ ਦੇ ਵਿੱਚ ਆਉਂਦੇ ਆ। ਸੈਕਿੰਡ ਇਹਨਾਂ ਦੀ ਪ੍ਰੈਜ਼ੈਂਸ ਕਿਹਦੇ ਵਿੱਚ ਪ੍ਰੈਜ਼ੈਂਟ ਹੈ? ਇਹ ਐਨੀਮਲ ਟਿਸ਼ੂ 'ਚ ਐਂਡ ਇਹ ਕਿਹਦੇ 'ਚ ਪ੍ਰੈਜ਼ੈਂਟ ਹੈ? ਪਲਾਂਟਸ, ਫੰਗਲ ਜਾਂ ਫੰਗਸ ਐਂਡ ਮਾਈਕਰੋਬਸ ਦੇ ਵਿੱਚ। ਓਕੇ, ਨੈਕਸਟ ਇਜ਼ ਅਮਾਈਨੋ ਐਸਿਡਸ। ਸੋ ਹੁਣ ਆਪਾਂ ਕੱਲਾ ਮੋਲੀਕਿਊਲ ਸਟੱਡੀ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅਮਾਈਨੋ ਐਸਿਡ। ਤਾਂ ਨੇਮ ਤੋਂ ਕੀ ਲੱਗ ਰਿਹਾ ਤੁਹਾਨੂੰ? ਅਮਾਈਨੋ ਐਂਡ ਐਸਿਡ। ਹੁਣੇ ਆਪਾਂ ਅਮਾਈਨੋ ਐਸਿਡ ਦਾ ਸਟਰਕਚਰ ਦੇਖਿਆ ਸੀ ਨਾ ਫਸਟ ਸਲਾਈਡ 'ਚ। ਤਾਂ ਅਮਾਈਨੋ ਗਰੁੱਪ ਹੁੰਦਾ ਇੱਕ NH2 ਗਰੁੱਪ ਐਂਡ ਐਸਿਡ ਮਤਲਬ ਇੱਕ COOH ਗਰੁੱਪ ਹੁੰਦਾ। ਸੋ ਉਹ ਵਾਲਾ ਮੋਲੀਕਿਊਲ ਜਿਹਦੇ ਵਿੱਚ ਇੱਕ ਅਮਾਈਨੋ ਗਰੁੱਪ ਹੋਏਗਾ ਐਂਡ ਇੱਕ ਕਾਰਬੋਕਸਿਲਿਕ ਐਸਿਡ ਗਰੁੱਪ ਹੋਏਗਾ ਉਹ ਹੁੰਦੇ ਨੇ ਅਮਾਈਨੋ ਐਸਿਡਸ। ਐਂਡ ਅਮਾਈਨੋ ਐਸਿਡਸ ਤੋਂ ਮਿਲ ਕੇ ਕੀ ਬਣਦਾ? ਪ੍ਰੋਟੀਨਸ ਬਣਦੇ ਆ। ਓਕੇ, ਸੋ ਆ ਦੇਖੋ ਪ੍ਰੋਟੀਨਸ, ਪੋਲੀਮਰਸ ਆਫ ਅਮਾਈਨੋ ਐਸਿਡਸ। ਇੱਕ ਅਮਾਈਨੋ ਐਸਿਡ ਦਾ ਸਟਰਕਚਰ ਦੇਖੋ, ਸੈਂਟਰ 'ਚ ਕਾਰਬਨ, ਇਸ ਸਾਈਡ ਕੀ ਹੈ? COOH ਗਰੁੱਪ, ਇੱਕ ਸਾਈਡ ਹੁੰਦਾ NH2 ਗਰੁੱਪ। ਦੇਖੋ ਇਹ ਲੈਫਟ ਰਾਈਟ ਜ਼ਰੂਰੀ ਨਹੀਂ ਹੈ, ਤੁਸੀਂ ਕਿਤੇ ਵੀ ਗਰੁੱਪ ਡਰਾ ਕਰ ਸਕਦੇ ਹੋ। ਇੱਕ ਹੈ ਹਾਈਡਰੋਜਨ ਐਂਡ R ਗਰੁੱਪ ਜੋ ਕਿ ਵੇਰੀਏਬਲ ਹੋ ਸਕਦਾ ਹੈ, ਮਤਲਬ ਇਹ ਚੇਂਜ ਹੋ ਸਕਦਾ ਬਟ ਜਿਹੜੇ ਬਾਕੀ ਤਿੰਨੋਂ ਗਰੁੱਪਸ ਆ ਉਹ ਸੇਮ ਹੀ ਰਹਿੰਦੇ ਆ ਇੱਕ ਅਮਾਈਨੋ ਐਸਿਡ 'ਚ। ਅਮਾਈਨੋ ਐਸਿਡ
3 टाइप्स लिखिया होया एसिडिक, बेसिक, न्यूट्रल। देखो जो COOH ग्रुप है ना, ਇਹਦਾ नेम तो ही पता लग रहा है कार्बोक्सिलिक एसिड है। सो ये एसिडिक नेचर ਲਈ ਰਿਸਪੌਂਸਿਬਲ ਹੈ। ਸੋ ਅਗਰ COOH ਗਰੁੱਪ ਜ਼ਿਆਦਾ ਹੋਣਗੇ ਇੱਕ ਅਮਾਈਨੋ ਐਸਿਡ ਦੇ ਵਿੱਚ, ਦੇਖੋ ਇੱਕ ਤਾਂ ਪ੍ਰੈਜ਼ੈਂਟ ਹੀ ਹੁੰਦਾ ਜੇ ਉਹ R ਜਿਹੜਾ ਗਰੁੱਪ ਸੀ ਉਹਦੀ ਜਗ੍ਹਾ ਤੇ ਵੀ COOH ਆ ਜੇ ਤਾਂ COOH ਗਰੁੱਪ ਜ਼ਿਆਦਾ ਹੋ ਗਏ ਤਾਂ ਉਹ ਜਿਹੜਾ ਅਮਾਈਨੋ ਐਸਿਡ ਹੈ ਉਹ ਬਣ ਜਾਏਗਾ ਐਸਿਡਿਕ। ਅਗਰ NH2 ਗਰੁੱਪ ਜ਼ਿਆਦਾ ਹੈ ਇੱਕ ਅਮਾਈਨੋ ਐਸਿਡ ਤਾਂ ਉਹ ਹੋਏਗਾ ਬੇਸਿਕ, ਐਗਜ਼ਾਮਪਲ ਲਾਈਸੀਨ। ਨਿਊਟਰਲ ਅਮਾਈਨੋ ਐਸਿਡ ਉਹ ਹੁੰਦੇ ਆ ਜਿਹਦੇ ਵਿੱਚ ਇਕੁਅਲ ਨੰਬਰ ਆਫ ਕਾਰਬੋਕਸਿਲਿਕ ਐਸਿਡ ਗਰੁੱਪਸ ਐਂਡ ਅਮਾਈਨੋ ਗਰੁੱਪਸ ਹੁੰਦੇ ਆ, ਜਿਵੇਂ ਕਿ ਵੈਲੀਨ। ਓਕੇ, ਸੋ ਐਸਿਡਿਕ ਦੀ ਐਗਜ਼ਾਮਪਲ ਕੀ ਹੈ, ਗਲੂਟਾਮਿਕ ਐਸਿਡ। ਦੇਖੋ ਇਹ ਕੀ ਬਣਿਆ, ਅਮਾਈਨੋ ਐਸਿਡ ਪਲੱਸ ਅਮਾਈਨੋ ਐਸਿਡ ਮਿਲ ਕੇ ਕੀ ਬਣਾਉਂਦਾ ਹੈ, ਪ੍ਰੋਟੀਨ। ਦੋ ਨਹੀਂ ਹੁੰਦੇ, ਬਹੁਤ ਜ਼ਿਆਦਾ ਵੀ ਹੋ ਸਕਦੇ ਆ। ਹੁਣ ਇੱਥੇ ਦੋ ਦੀ ਐਗਜ਼ਾਮਪਲ ਹੈ, ਤੈਨੂੰ ਆਪਾਂ ਕੀ ਬੋਲਾਂਗੇ, ਡਾਈਪੈਪਟਾਈਡ। ਨੀਚੇ ਦੇਖੋ ਇੱਕ ਸਟਰਕਚਰ ਡਰਾ ਕੀਤਾ ਹੋਇਆ ਡਾਈਪੈਪਟਾਈਡ ਦਾ। ਸੋ ਦੇਖੋ CH2, ਓਕੇ, ਹੁਣ ਇੱਥੇ R ਦੀ ਜਗ੍ਹਾ ਤੇ H ਹੀ ਲੱਗਾ ਹੋਇਆ, ਜਿਹੜਾ R ਵੇਰੀਏਬਲ ਗਰੁੱਪ ਸੀ ਉਹਦੀ ਜਗ੍ਹਾ ਤੇ H ਲੱਗਾ ਹੋਇਆ, ਮੀਨਸ ਇੱਕ ਹਾਈਡਰੋਜਨ ਤਾਂ ਪਹਿਲਾਂ ਹੀ ਹੁੰਦਾ, ਹੁਣ ਦੋ ਹਾਈਡਰੋਜਨ ਹੋ ਗਏ। ਓਕੇ, ਸੋ ਇੱਕ NH2 ਹੈ, ਇੱਕ COOH। ਓਕੇ, ਐਂਡ ਇਸ ਸਾਈਡ ਵੀ ਸੇਮ ਇੱਕ ਅਮਾਈਨੋ ਐਸਿਡ ਡਰਾ ਕੀਤਾ ਹੋਇਆ। ਸੋ ਇਸ ਸਾਈਡ ਤੇ R ਦੀ ਜਗ੍ਹਾ ਤੇ ਕੀ ਲੱਗਾ, CH3 ਗਰੁੱਪ। ਓਕੇ, COOH ਵੀ ਪ੍ਰੈਜ਼ੈਂਟ ਹੈ, NH2 ਵੀ ਪ੍ਰੈਜ਼ੈਂਟ ਹੈ, ਇੱਕ H ਅਲੱਗ ਹੈ ਐਂਡ CH। ਓਕੇ, ਨਾਓ ਹੁੰਦਾ ਕੀ ਹੈ ਕਿ COOH ਤੋਂ OH ਗਰੁੱਪ ਅਲੱਗ ਹੋ ਜਾਂਦਾ, NH2 ਤੋਂ ਇਹ ਵਾਲਾ H ਅਲੱਗ ਹੋ ਜਾਂਦਾ। ਸੋ H ਤੇ OH ਇਹ ਮਿਲ ਕੇ ਬਣਾਉਂਦੇ ਨੇ ਵਾਟਰ। ਵਾਟਰ ਰਿਮੂਵ ਹੋ ਜਾਏਗਾ ਐਂਡ ਇਹਨਾਂ ਦੇ ਵਿੱਚ ਕੀ ਬਣ ਜਾਏਗਾ, ਇੱਕ ਬੌਂਡ ਬਣ ਜਾਏਗਾ। ਓਕੇ, ਸੋ ਨਵਾਂ ਸਟਰਕਚਰ ਕਿੱਦਾਂ ਦਾ ਬਣ ਗਿਆ, ਦੇਖੋ NH2 CH2 CO ਇੱਥੇ ਤੱਕ ਐਂਡ ਇਧਰੋਂ ਦੀ NH ਤੋਂ ਲੈ ਕੇ ਬਾਕੀ ਸਾਰਾ ਸਟਰਕਚਰ। ਸੋ ਇਹ ਕੰਬਾਈਨ ਹੋ ਗਿਆ ਐਂਡ ਕੰਬਾਈਨ ਹੋ ਕੇ ਇਹਨੇ ਕੀ ਬਣਾ ਲਿਆ, ਇੱਕ ਡਾਈਪੈਪਟਾਈਡ। ਸੋ ਦੋ ਅਮਾਈਨੋ ਐਸਿਡ ਜੁੜ ਕੇ ਡਾਈਪੈਪਟਾਈਡ ਬਣਾ ਰਹੇ ਆ। ਅਗਰ ਤਿੰਨ ਅਮਾਈਨੋ ਐਸਿਡ ਜੁੜਦੇ ਤਾਂ ਉਹ ਬਣਾਉਂਦੇ ਟ੍ਰਾਈਪੈਪਟਾਈਡ। ਸੋ ਇਹਦੇ ਵਿੱਚ ਦੇਖੋ CO, ਉਸ ਤੋਂ ਬਾਅਦ ਸਿੱਧਾ ਕੀ ਆਏਗਾ, NH। ਓਕੇ, ਬਾਕੀ ਤੁਸੀਂ ਸਾਰਾ ਉੱਦਾਂ ਤੋਂ ਉੱਦਾਂ ਹੀ ਲਿਖ ਕੇ ਇਹਦਾ ਸਟਰਕਚਰ ਬਣਾ ਦੇਣਾ। ਸੋ ਇਹ CONH ਗਰੁੱਪ ਹੁੰਦਾ ਪੈਪਟਾਈਡ ਬੌਂਡ ਦੇ ਵਿੱਚ। ਓਕੇ, CONH ਗਰੁੱਪ ਹੋਏਗਾ ਇੱਕ ਪੈਪਟਾਈਡ ਬੌਂਡ ਦੇ ਵਿੱਚ। ਇਹ 3 ਟਾਈਪਸ ਹੈ, ਅਮਾਈਨੋ ਐਸਿਡਸ ਹੀ ਹੈ ਇਹ ਤਿੰਨੋਂ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਲਾਈਸੀਨ ਬਣਿਆ ਹੋਇਆ ਹੈ। ਗਲਾਈਸੀਨ ਦੇ ਵਿੱਚ ਕੀ ਹੁੰਦਾ, ਇੱਕ NH2, ਇੱਕ ਹੁੰਦਾ COOH, ਇੱਕ H। ਇਹ ਤਾਂ ਫਿਕਸ ਹੈ ਨਾ। ਹੁਣ ਜਿਹੜਾ R ਗਰੁੱਪ ਹੈ ਉਹਦੀ ਜਗ੍ਹਾ ਤੇ ਇੱਥੇ ਕੀ ਬਣਿਆ, ਹਾਈਡਰੋਜਨ। ਅਗਰ ਹਾਈਡਰੋਜਨ ਪ੍ਰੈਜ਼ੈਂਟ ਹੈ ਤਾਂ ਹੋਏਗਾ ਗਲਾਈਸੀਨ। ਅਗਰ R ਗਰੁੱਪ ਦੀ ਜਗ੍ਹਾ ਤੇ CH3 ਪ੍ਰੈਜ਼ੈਂਟ ਹੈ ਤਾਂ ਹੋਏਗਾ ਐਲਾਨਿਨ। ਅਗਰ R ਗਰੁੱਪ ਦੀ ਜਗ੍ਹਾ ਤੇ CH2OH ਗਰੁੱਪ ਪ੍ਰੈਜ਼ੈਂਟ ਹੈ ਤਾਂ ਹੋਏਗਾ ਸੀਰੀਨ। ਸੋ ਇਹਦੇ ਸਟਰਕਚਰਸ ਤੁਸੀਂ ਡਰਾ ਕਰਨੇ ਆ। ਜ਼ਵਿਟਰਾਈਨ, ਜ਼ਵਿਟਰਾਈਨ ਉਹ ਮੋਲੀਕਿਊਲ ਹੁੰਦਾ ਜਿਹਦੇ ਵਿੱਚ ਇੱਕੋ ਹੀ ਸਟਰਕਚਰ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੋਨੋਂ ਫੰਕਸ਼ਨਲ ਗਰੁੱਪਸ ਹੁੰਦੇ ਆ। ਇਹ ਇੱਕ ਅਮਾਈਨੋ ਐਸਿਡ ਦਾ ਸਟਰਕਚਰ ਹੈ ਨਾ। ਸੋ ਕੀ ਹੁੰਦਾ, ਇੱਕ ਕਾਰਬੋਕਸਿਲਿਕ ਐਸਿਡ ਦਾ ਹਾਈਡਰੋਜਨ NH2 ਦੇ ਕੋਲ ਜਿਹੜਾ ਇੱਕ ਲੋਨ ਪੇਅਰ ਪ੍ਰੈਜ਼ੈਂਟ ਹੈ, ਇੱਕ ਨਾਈਟ੍ਰੋਜਨ ਦੇ ਉੱਤੇ ਨਾ 2 ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ, ਲੋਨ ਪੇਅਰ। ਸੋ ਜਿਹੜਾ ਹਾਈਡਰੋਜਨ ਹੈ ਕਾਰਬੋਕਸਿਲਿਕ ਤੋਂ ਨਿਕਲ ਕੇ ਨਾਈਟ੍ਰੋਜਨ ਕੋਲ ਜਾ ਰਿਹਾ ਹੈ ਤਾਂ ਉਹ ਇੱਕ ਜ਼ਵਿਟਰ ਆਇਨ ਬਣਾ ਲੈਂਦਾ ਹੈ। ਕਿਵੇਂ, ਬਿਕੋਜ਼ ਇਹਨੇ ਹਾਈਡਰੋਜਨ ਲੂਜ਼ ਕਰਤਾ ਤਾਂ ਇਹਦੇ ਕੋਲ ਆ ਗਿਆ ਨੈਗੇਟਿਵ ਚਾਰਜ, ਇਹਨੇ ਹਾਈਡਰੋਜਨ ਗੇਨ ਕਰ ਲਿਆ ਤਾਂ ਇਹਦੇ ਕੋਲ ਕਿਹੜਾ ਚਾਰਜ ਆ ਗਿਆ, ਪੋਜ਼ਿਟਿਵ ਚਾਰਜ। ਸੋ ਇੱਕੋ ਹੀ ਸਟਰਕਚਰ ਦੇ ਵਿੱਚ ਇੱਕ ਨੈਗੇਟਿਵ ਚਾਰਜ ਵੀ ਹੈ ਤੇ ਪੋਜ਼ਿਟਿਵ ਚਾਰਜ ਵੀ ਹੈ। ਸੋ ਇਸ ਫਾਰਮ ਨੂੰ ਆਪਾਂ ਕੀ ਕਵਾਂਗੇ, ਜ਼ਵਿਟਰਾਈਨ ਫਾਰਮ ਆਫ ਅਮਾਈਨੋ ਐਸਿਡ। ਬਾਕੀ ਦੋਨੋਂ ਸੇਮ, ਕੋਈ ਚੇਂਜ ਨਹੀਂ ਆ ਰਿਹਾ। So zwitterine is a neutral molecule which contains both positively and negatively charged functional groups. Clear? Next is proteins. So ਜੋ proteins ਹੈ ਉਹ ਕਿਹਦੇ ਬਣੇ ਹੁੰਦੇ ਆ, ਅਮਾਈਨੋ ਐਸਿਡਸ ਦੇ ਬਣੇ ਹੁੰਦੇ ਆ। ਤਾਂ proteins ਨਾ ਦੋ ਤਰ੍ਹਾਂ ਦੇ ਹੋ ਸਕਦੇ ਆ, fibrous and globular. So fibrous ਹੈ ਤਾਂ ਇਹ fibers ਵਰਗੇ ਹੋਣਗੇ ਐਂਡ globular ਹੈ ਤਾਂ ਇਹ coiled ਹੋਏਗਾ globule ਦੀ ਤਰ੍ਹਾਂ। ਜੋ ਫਾਈਬਰਸ ਪ੍ਰੋਟੀਨਸ ਹੁੰਦੇ ਆ ਉਹ ਹੁੰਦੇ ਆ ਵਾਟਰ ਇਨਸੋਲਿਊਬਲ, ਮੀਨਸ ਇਹ ਵਾਟਰ ਦੇ ਵਿੱਚ ਡਿਜ਼ੋਲਵ ਨਹੀਂ ਹੁੰਦੇ ਐਂਡ ਜੋ ਗਲੋਬੂਲਰ ਪ੍ਰੋਟੀਨਸ ਹੁੰਦੇ ਆ ਉਹ ਹੁੰਦੇ ਵਾਟਰ ਸੋਲਿਊਬਲ, ਮੀਨਸ ਇਹ ਵਾਟਰ ਦੇ ਵਿੱਚ ਡਿਜ਼ੋਲਵ ਹੋ ਜਾਂਦੇ ਆ। ਐਗਜ਼ਾਮਪਲਸ ਕੈਰਾਟਿਨ, ਮਾਇਓਸਿਨ। ਕੈਰਾਟਿਨ ਆਪਣੇ ਹੇਅਰਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਐਂਡ ਮਾਇਓਸਿਨ ਮਸਲਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਇਹਦੀਆਂ ਐਗਜ਼ਾਮਪਲਸ ਕੀ ਹੈ, ਇਨਸੂਲਿਨ ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ, ਇਹ ਇੱਕ ਹਾਰਮੋਨ ਹੈ। ਐਲਬਿਊਮਿਨ
ਜੋ ਕਿ ਐਗ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਐਗ। ਫੰਕਸ਼ਨਸ ਸਟਰਕਚਰਲ ਐਂਡ ਪ੍ਰੋਟੈਕਟਿਵ। ਸਟਰਕਚਰਲ ਸਪੋਰਟ ਪ੍ਰੋਵਾਈਡ ਕਰਦੇ ਆ ਐਂਡ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਆ ਫਾਈਬਰਸ ਪ੍ਰੋਟੀਨਸ। ਓਕੇ, ਗਲੋਬੂਲਰ ਪ੍ਰੋਟੀਨਸ ਦੇ ਫੰਕਸ਼ਨਸ ਕੀ ਆਣਗੇ? ਮੈਟਾਬੋਲਿਕ, ਮਤਲਬ ਮੈਟਾਬੋਲਿਕ ਫੰਕਸ਼ਨਸ ਪਰਫਾਰਮ ਕਰਦਾ ਹੈ ਐਂਡ ਟਰਾਂਸਪੋਰਟ। ਫੰਕਸ਼ਨਸ ਆਫ ਪ੍ਰੋਟੀਨ ਕੀ ਆਣਗੇ? ਸਟਰਕਚਰਲ ਐਂਡ ਪ੍ਰੋਟੈਕਟਿਵ। ਸੋ ਜੋ ਫਾਈਬਰਸ ਪ੍ਰੋਟੀਨ ਹੁੰਦਾ ਨਾ, ਇੱਦਾਂ ਸਪਾਇਰਲ ਦੀ ਫਾਰਮ 'ਚ ਪ੍ਰੈਜ਼ੈਂਟ ਹੁੰਦਾ, ਕੋਇਲਡ। ਸੋ ਇੱਕ ਸਟਰਕਚਰਲ ਸਪੋਰਟ ਪ੍ਰੋਵਾਈਡ ਕਰਦਾ, ਜਿਵੇਂ ਕਿ ਆਪਣੇ ਹੇਅਰਸ ਤੇ ਨੇਲਸ, ਇਹ ਆਪਾਂ ਨੂੰ ਪ੍ਰੋਟੈਕਟ ਕਰਦੇ ਆ। ਸੋ ਇੱਕ ਪ੍ਰੋਟੈਕਟਿਵ ਫੰਕਸ਼ਨ ਵੀ ਪਰਫਾਰਮ ਕਰਦਾ। ਇੱਧਰ ਗਲੋਬੂਲਰ ਪ੍ਰੋਟੀਨਸ ਕਿਹੜੇ ਫੰਕਸ਼ਨਸ ਪਰਫਾਰਮ ਕਰਦੇ ਆ? ਮੈਟਾਬੋਲਿਕ ਫੰਕਸ਼ਨਸ, ਜਿਵੇਂ ਕਿ ਆਪਾਂ ਪੜ੍ਹਿਆ ਇਨਸੂਲਿਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ, ਸੋ ਮੈਟਾਬੋਲਿਕ ਫੰਕਸ਼ਨ ਹੋ ਗਿਆ। ਐਂਡ ਟਰਾਂਸਪੋਰਟ, ਇੱਕ ਹੀਮੋਗਲੋਬਿਨ ਹੁੰਦਾ ਨਾ, HB ਹੀਮੋਗਲੋਬਿਨ, ਜੋ ਕਿ ਆਪਣੇ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਜੋ ਕਿ ਰੈੱਡ ਕਲਰ ਪ੍ਰੋਵਾਈਡ ਕਰਦਾ, ਤਾਂ ਟਰਾਂਸਪੋਰਟ ਕਰਦਾ ਆਪਣੀ ਬੋਡੀ ਦੇ ਵਿੱਚ ਨਿਊਟ੍ਰੀਐਂਟਸ ਨੂੰ, ਗੈਸਿਸ ਨੂੰ। ਸੋ ਇੱਕ ਟਰਾਂਸਪੋਰਟ ਵੀ ਫੰਕਸ਼ਨ ਹੈ ਗਲੋਬੂਲਰ ਪ੍ਰੋਟੀਨਸ ਦਾ। ਨੈਕਸਟ ਇਜ਼ ਸਟਰਕਚਰ ਆਫ ਪ੍ਰੋਟੀਨ, ਵੈਰੀ ਇੰਪੋਰਟੈਂਟ। ਪ੍ਰਾਇਮਰੀ ਸਟਰਕਚਰ, ਸਭ ਤੋਂ ਪਹਿਲਾਂ ਪ੍ਰਾਇਮਰੀ ਸਟਰਕਚਰ ਆ ਗਿਆ। ਇਹਦੇ ਵਿੱਚ ਕੀ ਹੈ? ਲੀਨੀਅਰ ਸੀਕੁਐਂਸ ਆਫ ਅਮਾਈਨੋ ਐਸਿਡਸ ਇਨ ਅ ਪੋਲੀਪੈਪਟਾਈਡ ਚੇਨ। ਸੋ ਇੱਕ ਚੇਨ ਬਣੀ ਹੋਈ ਹੈ ਜਿਹਦੇ ਵਿੱਚ ਅੱਜ ਜੋ ਸਰਕਲਸ ਹੈ ਉਹ ਇੱਕ ਅਮਾਈਨੋ ਐਸਿਡ ਨੂੰ ਰਿਪਰੈਜ਼ੈਂਟ ਕਰ ਰਹੇ ਹੈ। ਸੋ ਇੱਕ ਅਮਾਈਨੋ ਐਸਿਡ ਨੇ ਇੱਕ ਪੂਰੀ ਚੇਨ ਬਣਾਈ ਹੋਈ ਹੈ, ਉਹ ਇਹਦਾ ਪ੍ਰਾਇਮਰੀ ਸਟਰਕਚਰ ਹੁੰਦਾ ਹੈ। ਦੈਨ ਸੈਕੰਡਰੀ ਸਟਰਕਚਰ 'ਚ ਕੀ ਆਉਂਦਾ ਹੈ? ਲੋਕਲ ਫੋਲਡਿੰਗ ਆਫ ਪੋਲੀਪੈਪਟਾਈਡ ਚੇਨ, ਮੀਨਸ ਜੋ ਚੇਨ ਸੀ ਹੈ ਉੱਪਰ, ਇਹ ਆਪਸ ਦੇ ਵਿੱਚ ਫੋਲਡ ਹੋ ਕੇ ਸਪਾਇਰਲ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੈ, ਤਾਂ ਉਹ ਬਣ ਜਾਏਗਾ ਇੱਕ ਅਲਫਾ ਹੈਲਿਕਸ। ਐਂਡ ਇੱਕ ਹੀ ਹੈ ਬੀਟਾ ਪਲੇਟਡ, ਮੀਨਸ ਪਲੇਟਸ ਦੀ ਫਾਰਮ ਦੇ ਵਿੱਚ ਜੋ ਚੇਨਸ ਹੈ ਉਹ ਅਰੇਂਜ ਹੈ ਐਂਡ ਉਹਨਾਂ ਦੇ ਵਿੱਚ ਬੌਂਡਸ ਬਣੇ ਹੋਏ ਹੈ। ਕਿਹੜੇ ਬੌਂਡਸ? ਹਾਈਡਰੋਜਨ ਬੌਂਡਸ। ਸੋ ਸੈਕੰਡਰੀ ਸਟਰਕਚਰ ਦੇ ਵਿੱਚ ਅਲਫਾ ਹੈਲਿਕਸ ਆਉਂਦਾ ਐਂਡ ਬੀਟਾ ਪਲੇਟਡ ਸ਼ੀਟ ਆਉਂਦੀ ਹੈ, ਜੋ ਕਿ ਹਾਈਡਰੋਜਨ ਬੌਂਡਸ ਦੇ ਨਾਲ ਸਟੇਬਲਾਈਜ਼ਡ ਹੈ। ਦੈਨ ਟਰਸ਼ਰੀ ਸਟਰਕਚਰ, ਇਹਦੇ ਵਿੱਚ ਜੋ ਵੀ ਪੋਲੀਪੈਪਟਾਈਡ ਚੇਨ ਹੈ ਉਹ ਆਪਸ 'ਚ ਕੋਇਲ ਹੋਈ ਵੀ ਹੈ ਟੂ ਫਾਰਮ ਅ 3D ਸ਼ੇਪ। ਇਹਦੇ ਵਿੱਚ ਸਿਰਫ ਹਾਈਡਰੋਜਨ ਬੌਂਡਸ ਨਹੀਂ ਹੋਣਗੇ, ਹੋਰ ਵੀ ਬੌਂਡਸ ਹੋਣਗੇ, ਜਿਵੇਂ ਕਿ ਹਾਈਡਰੋਫੋਬਿਕ ਬੌਂਡਸ, ਉਹ ਵੀ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਉਸ ਤੋਂ ਬਾਅਦ ਕੁਆਟਰਨਰੀ ਸਟਰਕਚਰ, ਜਿਹਦੇ ਵਿੱਚ 2 or more ਪੋਲੀਪੈਪਟਾਈਡ ਚੇਨਸ ਐਸੋਸੀਏਟ ਕਰਦੇ ਆ ਟੂ ਫਾਰਮ ਅ ਫੰਕਸ਼ਨਲ ਪ੍ਰੋਟੀਨ। ਇਹ ਇੱਕ ਕੁਆਟਰਨਰੀ ਪ੍ਰੋਟੀਨ ਦਾ ਸਟਰਕਚਰ ਬਣਿਆ ਹੋਇਆ। ਹੀਮੋਗਲੋਬਿਨ ਹੈ ਨਾ, ਜੋ ਹੀਮੋਗਲੋਬਿਨ, ਉਹਦੇ ਵਿੱਚ 2 ਚੇਨਸ ਹੁੰਦੀਆਂ, ਇੱਕ ਅਲਫਾ ਇੱਕ ਬੀਟਾ। ਸੋ 2 ਅਲੱਗ-ਅਲੱਗ ਪੋਲੀਪੈਪਟਾਈਡ ਦੀਆਂ ਚੇਨਸ ਹੈ ਜੋ ਆਪਸ ਦੇ ਵਿੱਚ ਕੋਇਲ ਹੋ ਕੇ ਇੱਕ ਕੁਆਟਰਨਰੀ ਸਟਰਕਚਰ ਬਣਾ ਦਿੰਦੀਆਂ ਹੀਮੋਗਲੋਬਿਨ ਦਾ। ਜਿਹੜੇ ਤੁਸੀਂ ਉੱਪਰ ਪੜ੍ਹੇ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ, ਉਹਨਾਂ ਵਿੱਚ ਇੱਕੋ ਹੀ ਚੇਨ ਸੀ ਪੋਲੀਪੈਪਟਾਈਡ ਦੀ, ਬਟ ਜਿਹੜਾ ਕੁਆਟਰਨਰੀ ਸਟਰਕਚਰ ਹੁੰਦਾ ਉਹਦੇ ਵਿੱਚ 2 or more ਪੋਲੀਪੈਪਟਾਈਡ ਚੇਨਸ ਹੁੰਦੀਆਂ, ਜੋ ਕਿ ਕੁਆਟਰਨਰੀ ਸਟਰਕਚਰ ਇੱਕ ਫੰਕਸ਼ਨਲ ਪ੍ਰੋਟੀਨ ਬਣਾ ਦਿੰਦੀਆਂ। ਨੈਕਸਟ ਇਜ਼ ਐਰੋਮੈਟਿਕ ਅਮਾਈਨੋ ਐਸਿਡਸ। ਐਰੋਮੈਟਿਕ ਅਮਾਈਨੋ ਐਸਿਡਸ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੱਕ ਐਰੋਮੈਟਿਕ ਰਿੰਗ ਪ੍ਰੈਜ਼ੈਂਟ ਹੈ। ਤੁਸੀਂ ਇਹ ਤਿੰਨੋਂ ਸਟਰਕਚਰਸ 'ਚ ਇੱਕ ਰਿੰਗਸ ਦੇਖ ਰਹੇ ਹੋ, ਰਿੰਗਸ ਪ੍ਰੈਜ਼ੈਂਟ ਹੈ। ਸੋ ਇਹ ਤਿੰਨੋਂ ਅਮਾਈਨੋ ਐਸਿਡਸ ਜੋ ਨੇ ਉਹ ਐਰੋਮੈਟਿਕ ਹੈ। ਸਟਰਕਚਰ ਤੁਸੀਂ ਨਹੀਂ ਕਰਨਾ ਇਹਨਾਂ ਦਾ, ਬਟ ਐਟਲੀਸਟ ਤੁਹਾਨੂੰ ਇਹਨਾਂ ਦੇ ਨੇਮਸ ਪਤਾ ਹੋਣੇ ਚਾਹੀਦੇ ਹੈ, ਬਿਕੋਜ਼ MCQs ਦੇ ਵਿੱਚ ਆ ਜਾਂਦੇ ਆ। ਤਾਂ ਕਿਹੜੇ ਅਮਾਈਨੋ ਐਸਿਡਸ ਹੈ ਜੋ ਐਰੋਮੈਟਿਕ ਹੈ? ਇੱਕ ਹੈਗਾ ਟਾਇਰੋਸਿਨ, ਇੱਕ ਹੈਗਾ ਫਿਨਾਈਲ ਐਲਾਨਿਨ ਐਂਡ ਥਰਡ ਇਜ਼ ਟ੍ਰਿਪਟੋਫੈਨ। ਸੋ ਇਹ ਤਿੰਨੋਂ ਅਮਾਈਨੋ ਐਸਿਡ ਜੋ ਐਰੋਮੈਟਿਕ ਹੈ, ਬਿਕੋਜ਼ ਇਹਨਾਂ ਵਿੱਚ ਇੱਕ ਰਿੰਗ ਪ੍ਰੈਜ਼ੈਂਟ ਹੈ। ਓਕੇ, ਨੈਕਸਟ ਇਜ਼ ਪ੍ਰੋਟੀਨ ਡੀਨੇਚਰੇਸ਼ਨ। ਦੇਖੋ, ਜੋ ਪ੍ਰੋਟੀਨ ਹੁੰਦਾ ਨਾ ਉਹ ਇੱਕ ਪਰਟੀਕੂਲਰ ਟੈਂਪਰੇਚਰ ਜਾਂ ਪਰਟੀਕੂਲਰ pH 'ਤੇ ਹੀ ਵਰਕ ਕਰ ਸਕਦਾ। ਅਗਰ ਆਪਾਂ ਟੈਂਪਰੇਚਰ ਚੇਂਜ ਕਰ ਦਿੰਦੇ ਹਾਂ ਬਹੁਤ ਹਾਈ ਜਾਂ ਬਹੁਤ ਲੋ, ਜਾਂ ਫਿਰ ਉਹਦੀ pH ਆਪਾਂ ਹਾਈ ਜਾਂ ਲੋ ਐਕਸੈਸ ਦੇ ਵਿੱਚ ਕਰ ਦਾਂਗੇ, ਤਾਂ ਜੋ ਪ੍ਰੋਟੀਨ ਹੁੰਦਾ ਉਹ ਡੀਨੇਚਰ ਹੋ ਜਾਂਦਾ, ਉਹ ਨਾਨ ਫੰਕਸ਼ਨਲ ਹੋ ਜਾਂਦਾ। ਕਿਵੇਂ ਹੋ ਜਾਂਦਾ? ਦੇਖੋ, ਬਿਕੋਜ਼ ਆ ਫੰਕਸ਼ਨਲ ਪ੍ਰੋਟੀਨ ਹੈ, ਓਕੇ, ਨਾਰਮਲ ਆਪਣਾ ਫੰਕਸ਼ਨ ਪਰਫਾਰਮ ਕਰ ਰਿਹਾ। ਜੋ ਤੁਸੀਂ ਉਹਨੂੰ ਹੀਟ ਕਰਤਾ ਜਾਂ pH ਚੇਂਜ ਕਰਤੀ ਜਾਂ ਉਹਦੇ ਉੱਤੇ ਕੋਈ ਕੈਮੀਕਲ ਪਾਤਾ, ਜਿਹਦੇ ਨਾਲ ਉਹਦਾ ਓਰੀਜਨਲ ਨੇਚਰ ਡਿਸਟਰੋਏ ਹੋ ਰਿਹਾ, ਬਿਕੋਜ਼ ਉਹਦੇ ਹਾਈਡਰੋਜਨ ਬੌਂਡਸ ਡਿਸਟਰਬ ਹੋ ਗਏ। ਆਪਾਂ ਪੜ੍ਹਿਆ ਨਾ ਕਿ ਪ੍ਰੋਟੀਨ ਦੇ ਵਿੱਚ ਹਾਈਡਰੋਜਨ ਬੌਂਡਸ ਬਣੇ ਹੁੰਦੇ ਆ, ਤਾਂ ਹੀ ਕਰਕੇ ਉਹ ਸਟੇਬਲ ਹੁੰਦਾ। ਸੋ ਉਹਦੇ ਹਾਈਡਰੋਜਨ ਬੌਂਡਸ ਡਿਸਟਰਬ ਹੋ ਜਾਣਗੇ ਟੈਂਪਰੇਚਰ ਚੇਂਜ ਜਾਂ pH ਚੇਂਜ ਨਾਲ। ਫਿਰ ਜਿਹੜਾ ਹੈਲਿਕਸ ਬਣਿਆ ਹੋਇਆ ਸੀ ਉਹ ਅਨਕੋਇਲ ਹੋ ਜਾਏਗਾ, ਬਿਕੋਜ਼ ਉਹ ਕੋਇਲਡ ਸੀ ਆਪਸ ਦੇ ਵਿੱਚ, ਉਹ ਹੌਲੀ ਹੌਲੀ ਅਨਕੋਇਲ ਹੋ ਜਾਏਗਾ। ਅਗਰ ਗਲੋਬਿਊਲ ਸੀ ਤਾਂ ਉਹ ਅਨਫੋਲਡ ਹੋ ਜਾਏਗਾ। ਸੋ
ਬੌਂਡਸ ਟੁੱਟਣ ਦੇ ਨਾਲ ਅਨਕੋਇਲ ਜਾਂ ਅਨਫੋਲਡਿੰਗਸ ਹੋ ਜਾਣਗੀਆਂ, ਉਹਦੇ ਨਾਲ ਜੋ ਪ੍ਰੋਟੀਨ ਹੈ ਉਹ ਨਾਨ ਫੰਕਸ਼ਨਲ ਹੋ ਜਾਏਗਾ ਬਿਕੋਜ਼ ਬੌਂਡਸ ਬ੍ਰੇਕ ਹੋ ਗਏ। ਸੋ ਪ੍ਰੋਟੀਨ ਕੀ ਹੋ ਗਿਆ, ਡੀਨੇਚਰ, ਐਂਡ ਉਹ ਬਣ ਗਿਆ ਇੱਕ ਨਾਨ ਫੰਕਸ਼ਨਲ ਪ੍ਰੋਟੀਨ। ਹੁਣ ਉਹ ਆਪਣਾ ਫੰਕਸ਼ਨ ਪਰਫਾਰਮ ਨਹੀਂ ਕਰ ਸਕਦਾ। ਬਟ ਇਹ ਸਟਿਲ ਤੁਸੀਂ ਦੇਖ ਸਕਦੇ ਹੋ ਇੱਕ ਚੇਨ ਬਣੀ ਹੋਈ ਹੈ, ਚੇਨ ਨਹੀਂ ਟੁੱਟ ਰਹੀ। ਇਟ ਮੀਨਸ ਉਹਦਾ ਜੋ ਸਟਰਕਚਰ ਅਨਅਫੈਕਟਡ ਹੈ ਉਹ ਹੈਗਾ ਪ੍ਰਾਇਮਰੀ ਸਟਰਕਚਰ। ਚੇਨ ਨਹੀਂ ਟੁੱਟ ਰਹੀ ਮੀਨਸ ਉਹਦੇ ਪ੍ਰਾਇਮਰੀ ਸਟਰਕਚਰ ਤੇ ਕੋਈ ਫਰਕ ਨਹੀਂ ਪਿਆ। ਹੈਲਿਕਸ ਅਨਕੋਇਲ ਹੋਇਆ ਜਾਂ ਗਲੋਬਿਊਲ ਅਨਫੋਲਡ ਹੋਇਆ ਜਾਂ ਬੌਂਡਸ ਟੁੱਟੇ ਹੈ ਤਾਂ ਉਹਦੇ ਨਾਲ ਸੈਕੰਡਰੀ ਸਟਰਕਚਰ ਖਰਾਬ ਹੋ ਜਾਏਗਾ, ਟਰਸ਼ਰੀ ਖਰਾਬ ਹੋ ਜਾਏਗਾ, ਕੁਆਟਰਨਰੀ ਵੀ ਖਰਾਬ ਹੋ ਜਾਂਦਾ। ਬਟ ਜਿਹੜਾ ਪ੍ਰਾਇਮਰੀ ਸਟਰਕਚਰ ਹੈ ਉਹ ਇੰਟੈਕਟ ਰਹਿੰਦਾ ਹੈ। ਸੋ ਜਿਹੜੀ ਪੋਲੀਪੈਪਟਾਈਡ ਦੀ ਚੇਨ ਹੈ ਉਹਦੇ ਤੇ ਕੋਈ ਇਫੈਕਟ ਨਹੀਂ ਪਏਗਾ। ਓਕੇ, ਸੋ ਮੀਨਸ ਟੂ ਸੇ ਡੀਨੇਚਰੇਸ਼ਨ ਦੇਖੋ ਕੀ ਹੈ, ਲਾਸ ਆਫ ਸੈਕੰਡਰੀ, ਟਰਸ਼ਰੀ ਐਂਡ ਕੁਆਟਰਨਰੀ ਸਟਰਕਚਰ ਵਿਦਾਊਟ ਬ੍ਰੇਕਿੰਗ ਪੈਪਟਾਈਡ ਬੌਂਡਸ। ਸੋ ਜੋ ਇੱਕ ਅਮਾਈਨੋ ਐਸਿਡ, ਦੋ ਅਮਾਈਨੋ ਐਸਿਡ, ਉਹਨਾਂ ਦੇ ਵਿੱਚ ਜਿਹੜਾ ਬੌਂਡ ਹੁੰਦਾ ਪੈਪਟਾਈਡ ਬੌਂਡ, ਉਹ ਨਹੀਂ ਬ੍ਰੇਕ ਹੋ ਰਿਹਾ। ਸੋ ਦਿਸ ਇਜ਼ ਆਲ ਅਬਾਊਟ ਪ੍ਰੋਟੀਨ ਡੀਨੇਚਰੇਸ਼ਨ। ਯੂ ਕੈਨ ਨੋਟ ਇਟ ਡਾਊਨ। ਨੈਕਸਟ ਇਜ਼ ਇੱਕ ਪ੍ਰੋਟੀਨ ਦੇ ਵਿੱਚ ਕੀ ਹੁੰਦਾ, ਸਹੀ ਮਾਇਨੇ ਤੁਸੀਂ ਇੱਕ ਪ੍ਰੋਟੀਨ ਨੂੰ ਕਿੱਦਾਂ ਡਿਫਾਈਨ ਕਰੋਗੇ। ਜੋ ਇੱਕ ਪ੍ਰੋਟੀਨ ਹੁੰਦਾ ਨਾ ਉਹਦੇ ਵਿੱਚ ਬੇਸਿਕਲੀ 100 ਤੋਂ ਜ਼ਿਆਦਾ ਅਮਾਈਨੋ ਐਸਿਡਸ ਹੁੰਦੇ ਆ ਐਂਡ ਉਹਦਾ ਮੋਲੀਕੂਲਰ weight ਹੁੰਦਾ ਮੋਰ ਦੈਨ 10,000 ਡਾਲਟਨ। ਓਕੇ, ਇਨਸੂਲਿਨ ਇੱਕ ਐਕਸੈਪਸ਼ਨ ਹੈ ਜਿਹਦੇ ਵਿੱਚ ਸਿਰਫ 51 ਅਮਾਈਨੋ ਐਸਿਡ ਹੈ ਬਟ ਫਿਰ ਵੀ ਉਹ ਇੱਕ ਪ੍ਰੋਟੀਨ ਹੈ, ਮੋਸਟ ਅਬੰਡੈਂਟ ਪ੍ਰੋਟੀਨ। ਐਨੀਮਲਸ ਦੇ ਵਿੱਚ ਮੋਸਟ ਅਬੰਡੈਂਟ ਪ੍ਰੋਟੀਨ ਕਿਹੜਾ ਹੈ, ਕੋਲੇਜਨ। ਪਲਾਂਟਸ ਦੇ ਵਿੱਚ ਮੋਸਟ ਅਬੰਡੈਂਟ ਪ੍ਰੋਟੀਨ ਕਿਹੜਾ ਹੈ, ਰੂਬਿਸਕੋ। ਸੋ ਅਗਰ ਤੁਹਾਨੂੰ ਅਜੇ ਪੂਰੇ ਵਰਲਡ ਦੇ ਵਿੱਚ ਮੋਸਟ ਅਬੰਡੈਂਟ ਪ੍ਰੋਟੀਨ ਕਿਹੜਾ ਹੈ ਤਾਂ ਵੀ ਤੁਸੀਂ ਕੀ ਲਿਖਣਾ ਹੈ, ਰੂਬਿਸਕੋ। ਰੂਬਿਸਕੋ ਇੱਕ ਐਂਜ਼ਾਈਮ ਹੈ ਜੋ ਕਿ ਕਾਰਬਨ ਡਾਈਆਕਸਾਈਡ ਨੂੰ ਫਿਕਸ ਕਰ ਲੈਂਦਾ ਹੈ ਤਾਂ ਕਿ ਕਾਰਬੋਹਾਈਡਰੇਟ ਬਣ ਸਕੇ, ਇਹਦੇ ਤੋਂ ਗਲੂਕੋਜ਼ ਬਣ ਸਕੇ। ਸੋ ਇਹ ਵਾਲਾ ਐਂਜ਼ਾਈਮ ਰੂਬਿਸਕੋ ਐਂਜ਼ਾਈਮ ਹੈਲਪ ਕਰਦਾ ਹੈ ਕਾਰਬਨ ਡਾਈਆਕਸਾਈਡ ਫਿਕਸੇਸ਼ਨ ਚ ਪਲਾਂਟਸ ਚ। ਐਂਡ ਕੋਲੇਜਨ ਐਨੀਮਲਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਜੋ ਕਿ ਬੋਨਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਨੈਕਸਟ ਇਜ਼ ਕਾਰਬੋਹਾਈਡਰੇਟਸ। ਸੋ ਆਪਾਂ ਅਮਾਈਨੋ ਐਸਿਡਸ ਤੇ ਪ੍ਰੋਟੀਨਸ ਬਾਰੇ ਪੜ੍ਹ ਚੁੱਕੇ ਹਾਂ, ਹੁਣ ਆ ਗਿਆ ਕਾਰਬੋਹਾਈਡਰੇਟਸ। ਸੋ ਕਾਰਬੋਹਾਈਡਰੇਟਸ ਮੋਨੋਸੈਕਰਾਈਡਸ ਐਂਡ ਪੋਲੀਸੈਕਰਾਈਡਸ। ਸੋ ਆਪਾਂ ਪੜ੍ਹਿਆ ਜੋ ਪੋਲੀਸੈਕਰਾਈਡਸ ਹੈ ਉਹ ਕਾਦੇ ਬਣੇ ਹੋਏ ਆ, ਉਹ ਮੋਨੋਸੈਕਰਾਈਡਸ ਦੇ ਹੀ ਬਣੇ ਹੋਏ ਆ। ਸੋ ਮੋਨੋਸੈਕਰਾਈਡਸ ਹੁੰਦੇ ਆ ਸਿੰਪਲ ਸ਼ੂਗਰਸ ਐਕਟਿੰਗ ਐਜ਼ ਬੇਸਿਕ ਰੈਸਪੀਰੇਟਰੀ ਸਬਸਟ੍ਰੇਟਸ ਐਂਡ ਪੋਲੀਸੈਕਰਾਈਡਸ ਲੌਂਗ ਚੇਨਸ ਹੁੰਦੀਆਂ ਨੇ। ਕਿਹਦੀਆਂ ਚੇਨਸ, ਮੋਨੋਸੈਕਰਾਈਡ ਦੀਆਂ ਚੇਨਸ ਜੋ ਕਿ ਆਪਸ ਦੇ ਵਿੱਚ ਜੁਆਇਨ ਹੁੰਦੀਆਂ ਬਾਏ ਅ ਗਲਾਈਕੋਸਿਡਿਕ ਬੌਂਡ। ਓਕੇ, ਸੋ ਕਾਰਬੋਹਾਈਡਰੇਟਸ ਜੋ ਪੋਲੀਸੈਕਰਾਈਡਸ ਹੁੰਦੇ ਆ ਉਹਦੇ ਵਿੱਚ ਕਿਹੜਾ ਬੌਂਡ ਹੁੰਦਾ, ਗਲਾਈਕੋਸਿਡਿਕ ਬੌਂਡ। ਇਹ ਸਟਰਕਚਰ ਬਣਿਆ ਗਲੂਕੋਜ਼ ਦਾ, ਇਹ ਬਣਿਆ ਰਾਈਬੋਜ਼ ਦਾ ਸਟਰਕਚਰ। ਸੋ ਇਹ ਦੋਨੋਂ ਮੋਨੋਸੈਕਰਾਈਡਸ ਹੈ, ਇਹ ਆਪਸ ਦੇ ਵਿੱਚ ਜੁੜ ਕੇ ਮੀਨਸ ਗਲੂਕੋਜ਼ ਦੀ ਇੱਕ ਚੇਨ ਬਣਦੀ ਹੈ ਤਾਂ ਸਟਾਰਚ ਬਣ ਜਾਂਦਾ। ਇੱਦਾਂ ਹੀ ਰਾਈਬੋਜ਼ ਵੀ ਇੱਕ ਪੈਂਟੋਜ਼ ਸ਼ੂਗਰ ਹੈ ਜੋ ਕਿ ਆਰਐਨਏ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਸੋ ਪੋਲੀਸੈਕਰਾਈਡਸ ਦੇਖੀਏ ਆਪਾਂ ਸਟੋਰੇਜ, ਜਿਵੇਂ ਕਿ ਸਟਾਰਚ। ਸੋ ਪਲਾਂਟਸ ਦੇ ਵਿੱਚ ਫੂਡ ਕਿਹਦੀ ਫਾਰਮ 'ਚ ਸਟੋਰ ਹੁੰਦਾ, ਸਟਾਰਚ ਦੀ ਫਾਰਮ 'ਚ। ਸਟਾਰਚ ਕੀ ਹੈ, ਇੱਕ ਪੋਲੀਸੈਕਰਾਈਡ ਹੈ। ਇੱਦਾਂ ਹੀ ਗਲਾਈਕੋਜਨ ਫਾਊਂਡ ਇਨ ਐਨੀਮਲਸ। ਐਨੀਮਲਸ ਦੇ ਵਿੱਚ ਗਲਾਈਕੋਜਨ ਦੀ ਫਾਰਮ ਦੇ ਵਿੱਚ ਫੂਡ ਸਟੋਰ ਹੁੰਦਾ। ਸੋ ਇਹ ਜੋ ਸਟਾਰਚ ਤੇ ਗਲਾਈਕੋਜਨ ਹੈ ਇਹ ਕਾਦੇ ਬਣੇ ਹੁੰਦੇ ਆ, ਇਹ ਮੋਨੋਸੈਕਰਾਈਡ ਯੂਨਿਟਸ ਤੇ ਹੀ ਬਣੇ ਹੁੰਦੇ ਆ। ਦੈਨ ਸੈਕਿੰਡ ਫੰਕਸ਼ਨ ਕੀ ਹੈ ਦਾ ਸਟਰਕਚਰਲ, ਮੀਨਸ ਸੈਲੂਲੋਜ਼। ਜੋ ਪਲਾਂਟਸ ਦੀ ਸੈਲ ਵਾਲ ਹੈ ਉਹ ਕਾਦੀ ਬਣੀ ਹੋਈ ਹੈ, ਸੈਲੂਲੋਜ਼। ਸੋ ਸੈਲੂਲੋਜ਼ ਕੀ ਹੈ, ਇੱਕ ਪੋਲੀਸੈਕਰਾਈਡ ਹੈ। ਐਂਡ ਕਾਈਟਿਨ, ਜੋ ਇਨਸੈਕਟਸ ਹੁੰਦੇ ਆ ਨਾ, ਆਰਥਰੋਪੋਡਸ ਦੀ ਕੈਟਾਗਰੀ ਚ ਆਉਂਦੇ ਹੈ ਨਾ ਇਨਸੈਕਟਸ, ਉਹਨਾਂ ਦਾ ਜੋ ਐਗਜ਼ੋਸਕੈਲੇਟਨ ਹੁੰਦਾ ਹੈ ਹਾਰਡ ਪਾਰਟ, ਉਹ ਕਾਈਟਿਨ ਦਾ ਬਣਿਆ ਹੁੰਦਾ। ਐਂਡ ਕਾਈਟਿਨ ਕੀ ਹੈ, ਇੱਕ ਪੋਲੀਸੈਕਰਾਈਡ ਹੈ। Next is lipids, water insoluble organic molecules, highly soluble in non-polar solvents. ਸੋ ਜੋ ਲਿਪਿਡਸ ਹੈ ਨਾ ਉਹ ਕਿਹਦੇ ਵਿੱਚ ਸੋਲਿਊਬਲ ਹੁੰਦੇ ਆ, ਨਾਨ ਪੋਲਰ ਸੋਲਵੈਂਟਸ ਦੇ ਵਿੱਚ। ਇਸ ਪਿਕਚਰ 'ਚ ਦੇਖੋ ਵਾਟਰ ਹੈ, ਵਾਟਰ ਪੋਲਰ ਹੈ, ਇਹਦੇ ਵਿੱਚ ਲਿਪਿਡ ਡਿਜ਼ੋਲਵ ਨਹੀਂ ਹੋਏਗਾ। ਨਾਨ ਪੋਲਰ ਸੋਲਵੈਂਟ ਦੇ ਵਿੱਚ ਲਿਪਿਡ ਡਿਜ਼ੋਲਵ ਹੋ ਜਾਏਗਾ ਐਂਡ ਸੈਪਰੇਟ ਆਊਟ ਹੋ ਜਾਂਦਾ। ਓਕੇ, ਸੋ ਲਿਪਿਡਸ 'ਚ ਕੀ ਆਉਂਦਾ, ਇੱਕ ਫੈਟੀ ਐਸਿਡਸ ਤੇ ਗਲਿਸਰੋਲ ਵੀ ਆਉਂਦਾ। ਆਪਾਂ ਨੈਕਸਟ ਸਲਾਈਡ 'ਚ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਫੈਟੀ ਐਸਿਡਸ। ਫੈਟੀ ਐਸਿਡਸ ਇੱਦਾਂ ਕਰਕੇ ਕਾਰਬਨ ਦੀ ਚੇਨ ਹੁੰਦੀ ਹੈ, ਲਾਸਟ ਦੇ ਵਿੱਚ ਹੁੰਦਾ COOH ਗਰੁੱਪ। ਓਕੇ, ਆ COOH ਗਰੁੱਪ ਬਣਿਆ ਹੋਇਆ। ਬਾਕੀ ਕੀ ਹੈ, ਇੱਕ ਲੌਂਗ ਹਾਈਡਰੋਕਾਰਬਨ ਚੇਨ ਐਂਡ ਟਰਮੀਨਲ, ਉਹਦੇ ਟਰਮੀਨਲ ਤੇ ਕੀ ਹੈ, ਇੱਕ ਕਾਰਬੋਕਸਿਲਿਕ ਗਰੁੱਪ। ਇਹ ਜੋ ਫੈਟੀ ਐਸਿਡਸ ਹੈ ਇਹ ਸੈਚੂਰੇਟਡ ਵੀ ਹੋ ਸਕਦੇ ਆ ਤੇ ਅਨਸੈਚੂਰੇਟਡ ਵੀ ਹੋ ਸਕਦੇ ਆ। ਸੈਚੂਰੇਟਡ ਮੀਨਸ ਆ ਚੇਨ ਦੇਖੋ ਨੀਚੇ, ਇਹਦੇ ਵਿੱਚ ਕੋਈ ਵੀ ਡਬਲ ਬੌਂਡ ਨਹੀਂ ਹੈ। ਓਕੇ, ਇੱਥੇ ਤੱਕ ਕੋਈ ਡਬਲ ਬੌਂਡ ਨਹੀਂ ਹੈ। ਇਹਦੇ ਵਿੱਚ ਇੱਕ ਇਹ ਡਬਲ ਬੌਂਡ ਬਣਿਆ, ਇੱਕ ਇੱਧਰ ਡਬਲ ਬੌਂਡ ਬਣਿਆ ਹੋਇਆ। ਸੋ ਅਗਰ ਕਾਰਬਨ ਦੇ ਵਿੱਚ ਡਬਲ ਬੌਂਡ ਪ੍ਰੈਜ਼ੈਂਟ ਹੁੰਦਾ ਹੈ ਤਾਂ ਉਹ ਅਨਸੈਚੂਰੇਟਡ ਹੁੰਦੇ ਆ। ਅਗਰ 0 ਕਾਰਬਨ ਡਬਲ ਬੌਂਡ ਹੈ ਮੀਨਸ ਕੋਈ ਵੀ ਡਬਲ ਬੌਂਡ ਪ੍ਰੈਜ਼ੈਂਟ ਨਹੀਂ ਹੈ ਤਾਂ ਹੁੰਦਾ ਸੈਚੂਰੇਟਡ। ਐਗਜ਼ਾਮਪਲ ਆ ਸਕਦੀ ਹੈ ਤੁਹਾਨੂੰ ਪਾਲਮੇਟਿਕ ਐਸਿਡ ਐਂਡ ਇਹਦੀ ਕੀ ਹੈ, ਅਰੈਕਿਡੋਨਿਕ ਐਸਿਡ।
देन आ गया ग्लिसराइड। ये वाला स्ट्रक्चर देखो ग्लिसरॉल का स्ट्रक्चर है। की बनया CH2OH, CHOH एंड CH2OH। सो ये ग्लिसरॉल का स्ट्रक्चर है। आप ड्रॉ करके देखिए CH2OH, एक होंगे CHOH एंड CH2OH। एंड अगर आप फैटी एसिड की चेन ड्रॉ करिए तो ਉਹਦੇ ਵਿੱਚ ਲਾਸਟ ਤੇ ਕੀ ਸੀ COOH एंड इधर एक चेन सी हाइड्रोकार्बन ਦੀ। ओके सो ਹੁੰਦਾ ਕੀ ਹੈ ਕਿ ਇਧਰੋਂ ਦੀ OH ਗਰੁੱਪ ਐਂਡ ਇਧਰੋਂ ਦੀ H ਗਰੁੱਪ ਇਹ ਰਿਮੂਵ ਹੋ ਜਾਂਦੇ ਆ। ਰਿਮੂਵ ਹੋ ਕੇ ਵਾਟਰ ਦੀ ਫਾਰਮ ਦੇ ਵਿੱਚ ਇਹ ਬਾਹਰ ਆ ਜਾਂਦੇ ਆ ਐਂਡ ਇਹ ਇੱਥੋਂ ਦੀ ਇੱਥੇ ਤੱਕ ਇਹ ਵਾਲਾ ਬੌਂਡ ਬਣ ਜਾਂਦਾ। ਓਕੇ ਸੋ ਆ ਦੇਖੋ ਇੱਥੇ ਬੌਂਡ ਬਣ ਗਿਆ। ਆਰ ਜਿਹੜੀ ਲੌਂਗ ਚੇਨ ਹੁੰਦੀ ਹੈ ਫੈਟੀ ਐਸਿਡ ਦੀ। ਸੋ COO ਐਂਡ CH2 ਇਹਨਾਂ ਦੇ ਵਿੱਚ ਇੱਕ ਬੌਂਡ ਬਣ ਗਿਆ। ਸਿਰਫ ਇੱਕੋ ਹੀ ਗਰੁੱਪ ਸਬਸਟੀਟਿਊਟ ਹੋਇਆ ਹੈ ਤਾਂ ਉਹ ਮੋਨੋਗਲਿਸਰਾइड है। ठीक है, अगर दो ग्रुप सब्सटीट्यूट हो रहे हैं ग्लिसरॉल दे तो डाइग्लिसराइड बनेगा। अगर तीनों सब्सटीट्यूट हो रहे हैं तो बनेगा एक ट्राईग्लिसराइड। सो ये तीन तरह के ग्लिसराइड्स हो सकते हैं। देन इज फॉस्फोलिपिड्स, लिपिड्स कंटेनिंग अ पोलर फॉस्फेट ग्रुप। सो ये जो स्ट्रक्चर है ना, एक हैड बने ऊपर जो कि पोलर है, ਉਹਦੇ ਵਿੱਚ ਫॉस्फोरस प्रेजेंट है, नीचे की है टेल जो कि है नॉन पोलर। ओके सो एक बेसिक बाइलेयर स्ट्रक्चर बनाती है सैल मैंब्रेन। जो सैल होंगे ना उसकी आउटर मोस्ट लेयर होंगी सैल मैंब्रेन। वो सैल मैंब्रेन कादी बनी होंगी है फॉस्फोलिपिड्स की। एंड वो बाइलेयर होंगी है, मीनस दो लेयर्स प्रेजेंट होंगी है। देखो एक लेयर ऊपर प्रेजेंट है, एक लेयर थले प्रेजेंट है। सो दो लेयर्स प्रेजेंट है। सो एक ही हो जाएगी एक बाइलेयर। सो एक ही बने हुए है लिपिड्स, लिपिड का स्ट्रक्चर है। नैक्सट इज न्यूक्लिक एसिड्स। ਇਹਦੇ ਵਿੱਚ ਕੀ ਆਉਂਦਾ DNA RNA। ओके डीऑक्सीराइबोन्यूक्लिक एसिड एंड राइबोन्यूक्लिक एसिड। सो एक मैक्रोमोलिक्यूलर पॉलीमर्स है ਜਿਹਦੇ ਵਿੱਚ ਰਿਪੀਟਿੰਗ ਯੂਨਿਟ ਕਿਹੜਾ ਨਿਊਕਲੀਓਟਾਈਡ। ਮੀਨਸ ਇੱਕ ਨਿਊਕਲੀਓਟਾਈਡ, ਦੋ ਨਿਊਕਲੀਓਟਾਈਡ, ਤਿੰਨ ਨਿਊਕਲੀਓਟਾਈਡ। ਇਹਦਾ ਨਿਊਕਲੀਓਟਾਈਡ ਇੱਕ ਚੇਨ ਹੁੰਦੀ ਹੈ ਤਾਂ ਉਹ ਮਿਲ ਕੇ ਕੀ ਬਣਾ ਲੈਂਦੇ ਆ ਨਿਊਕਲਿਕ ਐਸਿਡ। ਇਹਦੇ ਵਿੱਚ ਨਾ ਨਿਊਕਲੀਓਸਾਈਡ ਵੀ ਹੋ ਸਕਦਾ ਹੈ ਤੇ ਨਿਊਕਲੀਓਟਾਈਡ ਵੀ ਹੋ ਸਕਦਾ ਹੈ। ਨਿਊਕਲੀਓਟਾਈਡ ਦੇਖਦੇ ਆਪਾਂ ਪਹਿਲਾਂ। ਇਹਦੇ ਵਿੱਚ ਤਿੰਨ ਕੰਪੋਨੈਂਟਸ ਆਉਂਦੇ ਆ, ਇੱਕ ਨਾਈਟ੍ਰੋਜਨਸ ਬੇਸ, एक पेंटोस शुगर एंड एक होंगे फॉस्फेट ग्रुप। ओके अगर ये तीनों प्रेजेंट है ना तो एक होएगा न्यूक्लियोटाइड। अगर सिर्फ नाइट्रोजनस बेस ते पेंटोस शुगर प्रेजेंट है, मीनस फॉस्फेट ग्रुप प्रेजेंट नहीं है, तो वो होंगे न्यूक्लियोसाइड। एंड ये एक तो बॉन्ड बन रहा है, केड़ा बॉन्ड है ग्लाइकोसिडिक बॉन्ड। ओके सो नीचे देखो नाइट्रोजनस बेस पेंटोस शुगर, अगर ये दोनों ही प्रेजेंट है तो होंगे न्यूक्लियोसाइड। अगर न्यूक्लियोसाइड दे विच अगर आप फॉस्फेट ग्रुप भी ऐड कर दिए तो की बन जाता है न्यूक्लियोटाइड। हुण आपां देखते हैं कि नाइट्रोजनस बेस पेंटोस शुगर एक ही चीज़ है। सो जो नाइट्रोजनस बेस है वो प्यूरीन्स हो सकते हैं या पिरीमिडीन, कोई भी हो सकते हैं। जो प्यूरीन्स होंगे डबल रिंग, जो पिरीमिडीन होंगे सिंगल रिंग। ओके सो ये प्यूरीन है, देखो एक रिंग इधर है, एक रिंग इधर है। सो टू रिंग्स प्रेजेंट। सो ये भी वन रिंग इज हेयर एंड एक इधर प्रेजेंट है। सो ये होंगे गुआनिन। सो ये टू रिंग्स है, ये भी टू रिंग्स है, डबल रिंग स्ट्रक्चर है। किहड़े किहड़े है एडिनिन ते गुआनिन। इधर थ्री रिंग्स बनिया हुई हैं, ਕਿਹੜੀਆਂ ਕਿਹੜੀਆਂ ਸਾਈਟੋਸਿਨ, ਥਾਈमिन, यूरेसिल। बट ये रिंग तो सिंगल सिंगल ही है ना। ओके सो ये तीनों की है पिरीमिडीन्स। सो नाइट्रोजनस बेस दो तरह के हो सकते हैं, प्यूरीन्स डबल रिंग एंड पिरीमिडीन सिंगल रिंग। टोटल दे विच किहड़े किहड़े है AGC T एंड U। पेंटोस शुगर राइबोस हो सकती है, RNH होंगी है एंड डीऑक्सीराइबोस हो सकती है जो कि DNA दे विच होंगी है। सो ये उन्होंने स्ट्रक्चर्स है। सो इत्थे OH नहीं आएगा, H ही आएगा। सो ये जो नाइट्रोजनस बेस एंड पेंटोस शुगर है ये आपां हुणे पढ़िया कि नाइट्रोजनस बेस किहड़े 5 पढ़े आपां एडिनिन, गुआनिन, साइटोसिन, थाइमिन, यूरेसिल। इत्थे कोई भी बेस हो सकता है। एंड पेंटोस शुगर दे विच या राइबोस होएगा या डीऑक्सीराइबोस होएगा। ये तो फॉस्फेट ग्रुप ही हुंदा PO4 3 नेगेटिव। नैक्सट इज बॉन्ड्स इन न्यूक्लियोटाइड्स। सो जो न्यूक्लियोटाइड्स होंदे है वो आपस दे विच कितना लिंक होंदे है। उन्होंने दे विच जो बॉन्ड है वो है 3' to 5' फॉस्फोडाइएस्टर बॉन्ड। ये जो पिक्चर बनी हुई है ये है एक नाइट्रोजनस बेस, ये बनी हुई है पेंटोस शुगर एंड ये फॉस्फेट ग्रुप। ओके सिमिलरली इत्थे की है नाइट्रोजनस बेस, ये है पेंटोस शुगर। सो जो फॉस्फोडाइएस्टर बॉन्ड है वो किहदे विच बनदा है 3' OH ऑफ 1 शुगर, मतलब एक शुगर दा 3 थर्ड कार्बन एंड दूसरी शुगर मीनस ए वाली शुगर दा 5th फॉस्फेट
5 ਪ੍ਰਾਈਮ ਫਾਸਫੇਟ, ਉਹਨਾਂ ਦੋਨਾਂ ਦੇ ਵਿੱਚ ਇਹ ਬੌਂਡ ਬਣਦਾ ਹੈ। ਓਕੇ, 3 ਪ੍ਰਾਈਮ OH ਇੱਕ ਸ਼ੂਗਰ ਦਾ ਐਂਡ 5 ਪ੍ਰਾਈਮ ਫਾਸਫੇਟ ਦੂਸਰੀ ਸ਼ੂਗਰ ਦਾ, ਉਹਨਾਂ ਦੇ ਵਿੱਚ ਬੌਂਡ ਬਣਦਾ ਹੈ, ਉਹ ਹੁੰਦਾ ਫਾਸਫੋਡਾਈਐਸਟਰ ਬੌਂਡ। ਓਕੇ, ਸੋ ਦਿਸ ਇਜ਼ ਦਾ ਫਾਸਫੋਡਾਈਐਸਟਰ ਬੌਂਡ ਜੋ ਕਿ ਦੋਨੋਂ ਸਾਈਡ ਤੋਂ ਬਣ ਰਿਹਾ। ਨੈਕਸਟ ਇਜ਼ DNA ਡਬਲ ਹੈਲਿਕਸ। ਵਟ ਇਜ਼ ਦਾ ਫੁੱਲ ਫਾਰਮ ਆਫ DNA? ਡੀਆਕਸੀਰਾਈਬੋਨਿਊਕਲਿਕ ਐਸਿਡ। ਆਪਾਂ ਪੜ੍ਹਿਆ ਕਿ ਜੋ DNA ਹੁੰਦਾ ਹੈ ਉਹ ਨਿਊਕਲੀਓਟਾਈਡਸ ਤੋਂ ਬਣਦਾ। DNA ਦੇ ਵਿੱਚ 2 ਚੇਨਸ ਹੁੰਦੀਆਂ ਨਿਊਕਲੀਓਟਾਈਡਸ ਦੀਆਂ। ਓਕੇ, ਦੈਟ ਇਜ਼ ਵਾਈ ਇਹਨੂੰ ਆਪਾਂ DNA ਡਬਲ ਹੈਲਿਕਸ ਕਹਿੰਦੇ ਹਾਂ। ਸੋ 2 ਚੇਨਸ ਹੁੰਦੀਆਂ, 2 ਪੋਲੀਨਿਊਕਲੀਓਟਾਈਡ ਚੇਨਸ, ਇੱਕ ਹੁੰਦੀ ਹੈ 5 ਪ੍ਰਾਈਮ ਟੂ 3 ਪ੍ਰਾਈਮ, ਇੱਕ ਹੁੰਦੀ ਹੈ 3 ਪ੍ਰਾਈਮ ਟੂ 5 ਪ੍ਰਾਈਮ। ਸੋ ਜੋ ਬਲੂ ਵਾਲੀ ਚੇਨ ਦਿਖ ਰਹੀ ਹੈ ਉਹ 5 ਪ੍ਰਾਈਮ ਟੂ 3 ਪ੍ਰਾਈਮ ਤੱਕ ਹੈ, ਜੋ ਗ੍ਰੀਨ ਵਾਲੀ ਹੈ 3 ਪ੍ਰਾਈਮ ਟੂ 5 ਪ੍ਰਾਈਮ ਤੱਕ ਜਾ ਰਹੀ ਹੈ। So this is the DNA double helix and ਇਹ ਆਪਸ ਦੇ ਵਿੱਚ anti parallel ਹੈ, right? So the strands wind around each other in a right handed double helix, means ਇੱਕ spiral ਦੀ ਤਰ੍ਹਾਂ right handed coiled ਹੈ। then nitrogenous base ਇਹਦੇ inside ਹੈ ਤੇ sugar phosphate ਨੇ backbone ਬਣਾਈ ਹੋਈ ਹੈ, means ਅੰਦਰਲੇ ਪਾਸੇ nitrogenous bases present ਹੈ and ਜੋ backbone ਬਣ ਰਹੀ ਹੈ ਦੀ back side ਤੇ ਕੌਣ present ਹੈ? sugar and phosphate। ਸੋ ਜਿਹੜੇ ਨਾਈਟ੍ਰੋਜਨਸ ਬੇਸ ਹੈ ਉਹ ਆਪਾਂ ਇੱਥੇ ਦੇਖ ਸਕਦੇ ਹਾਂ AT, ਮੀਨਸ ਇੱਕ ਸਾਈਡ ਤੋਂ ਐਡੀਨਿਨ ਹੈ ਐਂਡ ਦੂਸਰੀ ਸਾਈਡ ਤੋਂ ਥਾਈਮੀਨ, ਉਹ ਆਪਸ ਦੇ ਵਿੱਚ ਬੌਂਡ ਬਣਾ ਰਹੇ ਹੈ। ਸਿਮਿਲਰਲੀ ਇੱਕ ਸਾਈਡ ਤੇ ਗੁਆਨਿਨ ਹੈ, ਇੱਕ ਸਾਈਡ ਤੇ ਸਾਈਟੋਸਿਨ ਹੈ, ਉਹ ਆਪਸ ਦੇ ਵਿੱਚ ਬੌਂਡਸ ਬਣਾ ਰਹੇ ਹੈ। ਐਂਡ ਆਪਾਂ ਇੱਕ ਗੱਲ ਯਾਦ ਰੱਖਣੀ ਹੈ ਕਿ ਜੋ ਹਾਈਡਰੋਜਨ ਬੌਂਡਸ ਹੁੰਦੇ ਆ ਉਹ ਹਮੇਸ਼ਾ ਐਡੀਨਿਨ ਤੇ ਥਾਈਮੀਨ ਦੇ ਵਿੱਚ ਹੀ ਬਣਨਗੇ ਅਗਰ ਆਪਾਂ DNA ਦੀ ਗੱਲ ਕਰ ਰਹੇ ਹਾਂ ਤਾਂ, ਐਂਡ ਹਮੇਸ਼ਾ 2 ਹਾਈਡਰੋਜਨ ਬੌਂਡ ਬਣਨਗੇ ਐਡੀਨਿਨ ਤੇ ਥਾਈਮੀਨ ਦੇ ਵਿੱਚ। ਓਕੇ, ਐਂਡ ਗੁਆਨਿਨ ਤੇ ਸਾਈਟੋਸਿਨ G ਤੇ C ਦੇ ਵਿੱਚ ਹਮੇਸ਼ਾ ਕਿੰਨੇ ਬੌਂਡਸ ਬਣਨਗੇ? 3 ਹਾਈਡਰੋਜਨ ਬੌਂਡਸ। ਕਲੀਅਰ? ਸੋ ਦੇਖੋ, ਐਡੀਨਿਨ ਪੇਅਰਸ ਵਿਦ ਥਾਈਮੀਨ with 2 hydrogen bonds and guanine pair with cytosine via 3 hydrogen bonds. Next, the last topic of this chapter is enzymes. So जो enzymes ਹੁੰਦੇ ਆ ਨਾ ਉਹ mostly proteins ਹੁੰਦੇ, ਜ਼ਿਆਦਾਤਰ enzymes ਸਾਰੇ proteins ਹੁੰਦੇ ਆ। ਹੁੰਦੇ ਕੀ ਹੈ enzymes? ਆਪਣੀ ਬੋਡੀ 'ਚ ਵੀ ਪ੍ਰੈਜ਼ੈਂਟ ਹੁੰਦੇ ਆ ਜੋ ਕਿ ਰਿਐਕਸ਼ਨ ਨੂੰ ਫਾਸਟ ਕਰ ਦਿੰਦੇ ਆ, ਐਕਸਲਰੇਟ ਕਰ ਦਿੰਦੇ ਆ ਰਿਐਕਸ਼ਨ ਨੂੰ ਬਾਏ ਲੋਅਰਿੰਗ ਇਟਸ ਐਕਟੀਵੇਸ਼ਨ ਐਨਰਜੀ। ਮੀਨਸ ਕੋਈ ਵੀ ਰਿਐਕਸ਼ਨ ਕਰਾਉਣ ਲਈ ਇੱਕ ਐਨਰਜੀ ਚਾਹੀਦੀ ਹੁੰਦੀ ਹੈ, ਐਕਟੀਵੇਸ਼ਨ ਐਨਰਜੀ। ਅਗਰ ਉਹਨੂੰ ਮਿਲ ਜਾਂਦੀ ਹੈ ਰਿਐਕਟੈਂਟ ਨੂੰ ਤਾਂ ਉਹ ਪ੍ਰੋਡਕਟਸ ਬਣ ਜਾਂਦੇ ਆ। ਸੋ ਜਿੰਨੀ ਵੀ ਐਨਰਜੀ ਚਾਹੀਦੀ ਹੈ ਐਨਜ਼ਾਈਮ ਉਸ ਐਨਰਜੀ ਨੂੰ ਘੱਟ ਕਰ ਦਿੰਦੇ ਆ। ਮੀਨਸ ਅਗਰ ਆਪਾਂ ਐਨਜ਼ਾਈਮ ਐਡ ਕਰ ਦਿੰਦੇ ਆ ਤਾਂ ਜਿੰਨੀ ਐਕਟੀਵੇਸ਼ਨ ਐਨਰਜੀ ਪਹਿਲਾਂ ਚਾਹੀਦੀ ਸੀ ਹੁਣ ਉਹ ਘੱਟ ਜੇਗੀ, ਤਾਂ ਰਿਐਕਸ਼ਨ ਜੋ ਹੈ ਉਹ ਫਾਸਟ ਹੋ ਜਾਏਗਾ, ਜਲਦੀ ਹੋ ਜਾਏਗਾ। ਸੋ ਇੱਕ ਪਰਪਲ ਕਲਰ 'ਚ ਜੋ ਸ਼ੋ ਕੀਤਾ ਉਹ ਐਨਜ਼ਾਈਮ ਹੈ ਐਂਡ ਉਹਦੇ ਉੱਤੇ ਇੱਕ ਸਬਸਟ੍ਰੇਟ ਆ ਕੇ ਲੱਗ ਰਿਹਾ, ਮੀਨਸ ਕੋਈ ਰਿਐਕਟੈਂਟ ਆ ਕੇ ਲੱਗ ਰਿਹਾ ਐਂਡ ਬਾਅਦ ਦੇ ਵਿੱਚ ਐਨਜ਼ਾਈਮ ਇਸ ਸਬਸਟ੍ਰੇਟ ਨੂੰ ਚੇਂਜ ਕਰ ਦੇਗਾ ਐਂਡ ਇਹਦੇ ਤੋਂ ਪ੍ਰੋਡਕਟ ਬਣ ਜਾਏਗਾ। ਆਪਾਂ ਪੜਾਂਗੇ ਇਹਨੂੰ ਨੈਕਸਟ ਸਲਾਈਡਸ ਦੇ ਵਿੱਚ। ਰਾਈਬੋਜ਼ਾਈਮਸ RNA ਮੋਲੀਕਿਊਲਸ ਦਾ ਬਣਿਆ ਹੋਇਆ। ਆਪਾਂ ਹੁਣੇ ਪੜ੍ਹਿਆ ਕਿ ਜੋ ਐਨਜ਼ਾਈਮਸ ਹੈ ਉਹ ਜ਼ਿਆਦਾਤਰ ਪ੍ਰੋਟੀਨਸ ਹੁੰਦੇ ਆ, ਬਟ ਰਾਈਬੋਜ਼ਾਈਮਸ ਇੱਕ ਐਕਸੈਪਸ਼ਨ ਹੈ ਜਿਹਦੇ ਵਿੱਚ RNA ਹੁੰਦਾ ਹੈ। ਬਟ RNA ਤਾਂ ਆਪਾਂ ਪੜ੍ਹਿਆ ਇਹ ਤਾਂ ਇੱਕ ਨਿਊਕਲਿਕ ਐਸਿਡ ਹੈ ਨਾ, ਇਹ ਵੀ ਇੱਕ ਐਨਜ਼ਾਈਮ ਦੀ ਤਰ੍ਹਾਂ ਐਕਟ ਕਰਦਾ। ਸੋ ਇੱਕ ਕੈਟਾਲਿਟਿਕ ਬਿਹੇਵੀਅਰ ਹੈ, ਕੈਟਾਲਿਸਟ ਦੀ ਤਰ੍ਹਾਂ ਐਕਟ ਕਰਦਾ। ਸੋ ਇੱਕ ਐਕਸੈਪਸ਼ਨ ਹੈ ਬਿਕੋਜ਼ ਬਾਕੀ ਜੋ ਐਨਜ਼ਾਈਮਸ ਉਹ ਸਾਰੇ ਪ੍ਰੋਟੀਨਸ ਹੁੰਦੇ ਆ, ਰਾਈਬੋਜ਼ਾਈਮਸ 'ਚ RNA ਹੁੰਦਾ ਐਂਡ ਇੱਕ ਨਿਊਕਲਿਕ ਐਸਿਡ ਹੈ। ਓਕੇ, ਸੋ ਇਹਨੂੰ ਨੋਟ ਕਰ ਲਓ। ਨੈਕਸਟ ਇਜ਼ ਮੈਕੈਨਿਜ਼ਮ ਆਫ ਐਕਸ਼ਨ। ਆਪਾਂ ਡਾਇਗਰਾਮ ਤੋਂ ਦੇਖਦੇ ਹਾਂ। ਸੋ ਇੱਕ ਐਨਜ਼ਾਈਮ ਹੈ, ਉਹਦੇ ਨਾਲ ਇੱਕ ਸਬਸਟ੍ਰੇਟ ਆ ਰਿਹਾ। ਇਹ ਸਬਸਟ੍ਰੇਟ ਨੇ ਐਨਜ਼ਾਈਮ ਤੇ ਬਾਈਂਡ ਕਰਨਾ। ਓਕੇ, ਸੋ ਐਨਜ਼ਾਈਮ ਪਲੱਸ ਸਬਸਟ੍ਰੇਟ ਜਦੋਂ ਇਹਦੇ ਨਾਲ ਬਾਈਂਡ ਕਰ ਜਾਏਗਾ ਤਾਂ ਐਨਜ਼ਾਈਮ ਸਬਸਟ੍ਰੇਟ ਕੰਪਲੈਕਸ ਬਣ ਜਾਏਗਾ। ਓਕੇ, ES। ਦੈਨ ਐਨਜ਼ਾਈਮ ਆਪਣੀ ਰਿਐਕਸ਼ਨ ਕਰੇਗਾ ਤਾਂ ਸਬਸਟ੍ਰੇਟ ਨੂੰ ਕਿਹਦੇ 'ਚ ਚੇਂਜ ਕਰ ਦੇਗਾ? ਪ੍ਰੋਡਕਟਸ ਦੇ ਵਿੱਚ। ਇਹ ਜੋ ਸਰਕਲ ਤੇ ਟਰਾਇੰਗਲ ਹੈ ਇਹ ਪ੍ਰੋਡਕਟਸ ਬਣੇ ਹੋਏ ਆ। ਓਕੇ, ਸੋ EP ਬਣ ਗਿਆ, ਐਨਜ਼ਾਈਮ ਪ੍ਰੋਡਕਟ ਕੰਪਲੈਕਸ ਬਣ ਗਿਆ। ਹੁਣ ਪ੍ਰੋਡਕਟਸ ਅਲੱਗ ਹੋ ਜਾਣਗੇ ਐਨਜ਼ਾਈਮਸ ਤੋਂ ਐਂਡ ਐਨਜ਼ਾਈਮ ਜੋ ਹੈ ਉਹ ਨੈਕਸਟ ਸਬਸਟ੍ਰੇਟ ਨੂੰ ਬਾਈਂਡ ਕਰਨ ਲਈ ਤਿਆਰ ਹੋ ਜਾਏਗਾ, ਰਾਈਟ? ਸੋ ਦੇਖੋ, ਐਨ ਐਨਜ਼ਾਈਮ ਬਾਈਂਡਸ ਟੂ ਦ ਸਪੈਸੀਫਿਕ ਸਬਸਟ੍ਰੇਟ। ਠੀਕ ਹੈ, ਐਨਜ਼ਾਈਮ ਪਹਿਲਾਂ ਸਬਸਟ੍ਰੇਟ ਨੂੰ ਬਾਈਂਡ ਕਰਦਾ, ਐਕਟਿਵ ਸਾਈਟ ਤੇ ਬਾਈਂਡ ਕਰਦਾ। ਦੇਖੋ ਇਹ ਜੋ ਕੰਸਟ੍ਰਿਕਸ਼ਨਸ ਬਣੀਆਂ ਨਾ ਐਨਜ਼ਾਈਮ ਤੇ, ਐਕਟਿਵ ਸਾਈਟ ਹੁੰਦੀ ਹੈ ਇੱਕ ਐਨਜ਼ਾਈਮ ਦੇ ਵਿੱਚ, ਸਿਰਫ ਉਸੇ ਸਾਈਟ ਤੇ ਸਬਸਟ੍ਰੇਟ ਨੂੰ ਬਾਈਂਡ ਕਰਨਾ ਚਾਹੀਦਾ ਅਗਰ ਰਿਐਕਸ਼ਨ ਕਰਵਾਉਣੀ ਹੈ ਤਾਂ। ਓਕੇ, ਸੋ ਜੋ ਐਨਜ਼ਾਈਮ ਸਬਸਟ੍ਰੇਟ ਨਾਲ ਬਾਈਂਡ ਕਰ ਜਾਏਗਾ ਤਾਂ ਕੀ ਬਣ ਜਾਂਦਾ? ਇੱਕ ਐਨਜ਼ਾਈਮ ਸਬਸਟ੍ਰੇਟ ਕੰਪਲੈਕਸ। ਉਹਦੇ ਨਾਲ ਉਹਦੀ ਐਕਟੀਵੇਸ਼ਨ ਐਨਰਜੀ ਲੋ ਹੋ ਜਾਂਦੀ ਹੈ ਬਿਕੋਜ਼ ਐਨਜ਼ਾਈਮ ਐਨਰਜੀ ਬੈਰੀਅਰ ਨੂੰ ਲੋ ਕਰ ਦਿੰਦਾ। ਫਿਰ ਹੌਲੀ ਹੌਲੀ ਪ੍ਰੋਡਕਟਸ ਬਣ ਜਾਣਗੇ ਐਂਡ ਪ੍ਰੋਡਕਟਸ ਐਨਜ਼ਾਈਮ ਤੋਂ ਰਿਲੀਜ਼ ਹੋ ਜਾਣਗੇ। ਫੈਕਟਰਸ ਅਫੈਕਟਿੰਗ ਐਨਜ਼ਾਈਮ ਐਕਟੀਵਿਟੀ। ਦੇਖੋ, ਇਹ ਜੋ ਐਨਜ਼ਾਈਮਸ ਆ ਨਾ ਉਹ ਹਰ ਇੱਕ ਟੈਂਪਰੇਚਰ ਤੇ ਜਾਂ ਹਰ ਇੱਕ pH ਤੇ ਵਰਕ ਨਹੀਂ ਕਰ ਸਕਦੇ। ਸੋ ਉਹ ਟੈਂਪਰੇਚਰ ਜਾਂ ਉਹ pH ਜਿਹਦੇ ਤੇ ਉਹ ਆਪਣੀ ਮੈਕਸਿਮਮ ਐਕਟੀਵਿਟੀ ਸ਼ੋ ਕਰ ਸਕਦੇ ਆ ਉਹ ਹੁੰਦੀ ਆ
ऑप्टिमम ਟੈਂਪਰੇਚਰ ਜਾਂ ऑप्टिमम pH। ਸੋ ਕਿਹੜੇ ਕਿਹੜੇ ਫੈਕਟਰਸ ਹੈ ਜਿਹੜੇ ਐਂਜ਼ਾਈਮ ਐਕਟੀਵਿਟੀ ਨੂੰ ਇਫੈਕਟ ਕਰਦੇ ਆ, ਉਹ ਹੈਗੇ ਆ ਟੈਂਪਰੇਚਰ ਐਂਡ pH। ਠੀਕ ਹੈ, ਸੋ ਮੈਕਸਿਮਮ ਐਕਟੀਵਿਟੀ ਇੱਕ ਆਪਟੀਮਲ ਰੇਂਜ ਹੁੰਦੀ ਹੈ ਟੈਂਪਰੇਚਰ ਦੀ ਜਾਂ pH ਦੀ, ਜਿਹਦੇ ਤੇ ਐਂਜ਼ਾਈਮਸ ਆਪਣਾ ਬੈਸਟ ਵਰਕ ਕਰ ਸਕਦੇ ਆ। ਬਿਕੋਜ਼ ਅਗਰ ਆਪਾਂ ਟੈਂਪਰੇਚਰ ਜਾਂ pH ਦੇ ਵਿੱਚ ਜ਼ਿਆਦਾ ਚੇਂਜ ਕਰਾਂਗੇ ਤਾਂ ਐਂਜ਼ਾਈਮ ਡੀਨੇਚਰ ਹੋ ਜਾਂਦਾ ਹੈ। ਕਿਉਂ? ਕਿਉਂਕਿ ਇੱਕ ਪ੍ਰੋਟੀਨ ਹੈ, ਆਪਾਂ ਪੜ੍ਹਿਆ ਨਾ ਡੀਨੇਚਰੇਸ਼ਨ ਆਫ ਪ੍ਰੋਟੀਨਸ, ਕਿ ਪ੍ਰੋਟੀਨਸ 'ਚ ਅਗਰ ਆਪਾਂ ਟੈਂਪਰੇਚਰ ਜਾਂ pH ਚੇਂਜ ਕਰਦੇ ਹਾਂ ਤਾਂ ਉਹ ਡੀਨੇਚਰ ਹੋ ਜਾਂਦਾ ਹੈ। ਸੋ ਅਗਰ ਐਂਜ਼ਾਈਮ ਡੀਨੇਚਰ ਹੋ ਗਿਆ ਤਾਂ ਇਹ ਆਪਣਾ ਫੰਕਸ਼ਨ ਨਹੀਂ ਕਰ ਪਾਏਗਾ। ਦੈਨ ਸਬਸਟ੍ਰੇਟ ਕੌਨਸਨਟ੍ਰੇਸ਼ਨ। ਸੋ ਜੋ ਆਪਾਂ ਸਬਸਟ੍ਰੇਟ ਪਾ ਰਹੇ ਹਾਂ ਜਾਂ ਜੋ ਰਿਐਕਟੈਂਟ ਆਪਾਂ ਐਡ ਕਰ ਰਹੇ ਹਾਂ, ਅਗਰ ਤੁਸੀਂ ਉਹ ਜ਼ਿਆਦਾ ਪਾਓਗੇ ਤਾਂ ਰਿਐਕਸ਼ਨ ਤੁਹਾਡੀ ਫਾਸਟ ਹੋ ਜਾਏਗੀ। ਬਟ ਇਹ ਉਦੋਂ ਤੱਕ ਹੀ ਹੋਏਗਾ ਜਦੋਂ ਤੱਕ ਸਾਰੇ ਐਕਟਿਵ ਸਾਈਟਸ ਫਿਲ ਨਹੀਂ ਹੋ ਜਾਂਦੀਆਂ। ਸਪੋਜ਼ ਤੁਹਾਡੇ ਕੋਲ ਐਂਜ਼ਾਈਮ ਹੈ ਨਾ, ਤੁਸੀਂ ਸਬਸਟ੍ਰੇਟ ਐਡ ਕਰ ਰਹੇ ਹੋ ਤਾਂ ਸਬਸਟ੍ਰੇਟ ਜਾ ਕੇ ਐਂਜ਼ਾਈਮ ਦੀ ਐਕਟਿਵ ਸਾਈਟ ਤੇ ਬਾਈਂਡ ਕਰ ਜਾਏਗਾ। ਸੋ ਅਗਰ ਸਾਰੀਆਂ ਐਕਟਿਵ ਸਾਈਟਸ ਫਿਲ ਹੋ ਗਈਆਂ ਇੱਕ ਐਂਜ਼ਾਈਮ ਦੀਆਂ, ਤਾਂ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਸਬਸਟ੍ਰੇਟ ਐਡ ਕਰੀ ਜਾਓ, ਕੋਈ ਇਫੈਕਟ ਨਹੀਂ ਪਏਗਾ ਤੁਹਾਡੀ ਰਿਐਕਸ਼ਨ ਰੇਟ ਤੇ, ਬਿਕੋਜ਼ ਸਾਰੀਆਂ ਐਕਟਿਵ ਸਾਈਟਸ ਫਿਲ ਹੋ ਗਈਆਂ। ਆਪਾਂ ਇਸ ਗ੍ਰਾਫ ਤੋਂ ਸਮਝਦੇ ਹਾਂ। ਸੋ ਸਬਸਟ੍ਰੇਟ ਕੌਨਸਨਟ੍ਰੇਸ਼ਨ, ਅਗਰ ਤੁਸੀਂ ਸਬਸਟ੍ਰੇਟ ਐਡ ਕਰੀ ਜਾਓਗੇ ਤਾਂ ਰਿਐਕਸ਼ਨ ਦੀ ਵੈਲੋਸਿਟੀ ਜੋ ਹੈ ਉਹ ਇਨਕਰੀਜ਼ ਕਰ ਰਹੀ ਹੈ। ਓਕੇ, ਮੋਰ ਦਾ ਸਬਸਟ੍ਰੇਟ ਮੋਰ ਇਜ਼ ਦਾ ਵੈਲੋਸਿਟੀ ਆਫ ਦਾ ਰਿਐਕਸ਼ਨ। ਸੋ ਇਹ ਵੱਧ ਰਹੀ ਹੈ ਵੈਲੋਸਿਟੀ, ਸੋ ਰਿਐਕਸ਼ਨ ਫਾਸਟ ਹੋ ਰਹੀ ਹੈ। ਐਂਡ ਫਾਈਨਲੀ ਇੱਕ Vmax ਆ ਗਿਆ ਇੱਥੇ। Vmax ਮੀਨਸ ਮੈਕਸਿਮਮ ਵੈਲੋਸਿਟੀ ਰੀਚ ਹੋਗੀ ਰਿਐਕਸ਼ਨ ਦੀ। ਸੋ ਇਸ ਤੋਂ ਜ਼ਿਆਦਾ ਵੈਲੋਸਿਟੀ ਰਿਐਕਸ਼ਨ ਦੀ ਇਨਕਰੀਜ਼ ਨਹੀਂ ਹੋਏਗੀ, ਬਿਕੋਜ਼ ਐਂਜ਼ਾਈਮ ਦੀਆਂ ਸਾਰੀਆਂ ਐਕਟਿਵ ਸਾਈਟਸ ਫਿਲ ਹੋ ਜਾਂਦੀਆਂ। ਓਕੇ, ਹੁਣ ਇਹ Km ਕੀ ਚੀਜ਼ ਹੈ? Km ਹੁੰਦਾ ਮਾਈਕਲਿਸ ਕਨਸਟੈਂਟ। ਸੋ Km ਉਹ ਸਬਸਟ੍ਰੇਟ ਦੀ ਕਨਸੈਂਟ੍ਰੇਸ਼ਨ ਹੁੰਦੀ ਹੈ ਜਿਹਦੇ ਵਿੱਚ ਰਿਐਕਸ਼ਨ ਦੀ ਜੋ ਵੈਲੋਸਿਟੀ ਹੈ ਉਹ ਮੈਕਸਿਮਮ ਤੋਂ ਹਾਫ ਹੋ ਜਾਂਦੀ ਹੈ, Vmax/2। ਓਕੇ, ਸੋ ਵਾਟ ਇਜ਼ Km? Km ਉਹ ਕਨਸੈਂਟ੍ਰੇਸ਼ਨ ਹੈ ਸਬਸਟ੍ਰੇਟ ਦੀ ਜਿਹਦੇ ਤੇ ਰਿਐਕਸ਼ਨ ਵੈਲੋਸਿਟੀ ਕਿੰਨੀ ਹੁੰਦੀ ਹੈ? Vmax/2 ਮੀਨਸ ਹਾਫ ਆਫ ਦ ਮੈਕਸਿਮਮ। Km Michaelis constant. So the substrate concentration ਹੁੰਦੀ ਹੈ ਜਿਹਦੇ ਵਿੱਚ reaction velocity reaches exactly half of Vmax. Lower Km indicates higher enzyme substrate affinity. So ਜਿੰਨਾ ਜ਼ਿਆਦਾ Km ਘੱਟ ਹੁੰਦਾ ਨਾ, it means only enzyme substrate affinity ਹੈ। Because ਅਗਰ Km ਪਹਿਲਾਂ ਹੀ ਆ ਜਾਂਦਾ ਹੈ Km, it means enzyme ਤੇ substrate strongly bind ਕਰ ਰਹੇ ਹੈ। ਅਗਰ Km ਕਿਤੇ ਦੂਰ ਆਉਂਦਾ ਹੈ, ਇਟ ਮੀਨਸ ਰਿਐਕਸ਼ਨ ਸਲੋ ਹੈ। ਨੈਕਸਟ ਇਜ਼ ਇਨਹਿਬਿਸ਼ਨ। ਇਨਹਿਬਿਸ਼ਨ ਕੀ ਹੁੰਦਾ? ਰੋਕਣਾ, ਹੈ ਨਾ। ਸੋ ਕੰਪੀਟੀਟਿਵ ਇਨਹਿਬਿਸ਼ਨ ਕੀ ਹੁੰਦਾ ਹੈ? ਜਦੋਂ ਇੱਕ ਇਨਹਿਬਿਟਰ ਜੋ ਕਿ ਬਿਲਕੁਲ ਸਬਸਟ੍ਰੇਟ ਵਰਗਾ ਹੁੰਦਾ ਹੈ, ਕਲੋਜ਼ਲੀ ਰਿਜ਼ੈਂਬਲ ਕਰਦਾ ਸਬਸਟ੍ਰੇਟ ਨੂੰ ਸਟਰਕਚਰਲੀ, ਮੀਨ ਸਟਰਕਚਰ ਦੋਨਾਂ ਦਾ ਸੇਮ ਹੁੰਦਾ, ਨਾਟ ਸੇਮ ਮਤਲਬ ਉਹਦੇ ਵਰਗਾ ਹੁੰਦਾ। ਸੋ ਉਹ ਕੰਪੀਟੀਸ਼ਨ ਹੁੰਦਾ ਉਹਨਾਂ ਦੇ ਵਿੱਚ, ਕੰਪੀਟ ਕਰਦਾ ਸਬਸਟ੍ਰੇਟ ਦੇ ਨਾਲ, ਐਂਡ ਉਹ ਜਾ ਕੇ ਇੰਜ਼ਾਈਮ ਦੀ ਐਕਟਿਵ ਸਾਈਟ ਤੇ ਬਾਈਂਡ ਕਰ ਜਾਂਦਾ। ਓਕੇ, ਸੋ ਇਹਦੀ ਇੱਕ ਐਗਜ਼ਾਮਪਲ ਹੈ ਇਨਹਿਬਿਸ਼ਨ ਆਫ ਸਕਸੀਨੇਟ ਡੀਹਾਈਡਰੋਜੀਨੇਸ ਬਾਈ ਮੈਲੋਨੇਟ। ਮੈਲੋਨੇਟ ਇੱਕ ਇਨਹਿਬਿਟਰ ਹੈ ਐਂਡ ਸਕਸੀਨੇਟ ਇੱਕ ਸਬਸਟ੍ਰੇਟ ਹੁੰਦਾ ਹੈ। ਸਕਸੀਨੇਟ ਨੇ ਬਾਈਂਡ ਕਰਨਾ ਹੁੰਦਾ ਐਂਜ਼ਾਈਮ ਨਾਲ। ਕਿਹੜਾ ਐਂਜ਼ਾਈਮ? ਸਕਸੀਨੇਟ ਡੀਹਾਈਡਰੋਜੀਨੇਸ। ਇਹ ਇੱਕ ਐਂਜ਼ਾਈਮ ਹੈ ਜਿਹਦੇ ਉੱਤੇ ਸਕਸੀਨੇਟ ਨੇ ਬਾਈਂਡ ਕਰਨਾ ਹੁੰਦਾ, ਬਟ ਮੈਲੋਨੇਟ ਤੇ ਸਕਸੀਨੇਟ ਦਾ ਸਟਰਕਚਰ ਇੱਕੋ ਜਿਹਾ ਹੁੰਦਾ, ਤਾਂ ਮੈਲੋਨੇਟ ਜਾ ਕੇ ਸਕਸੀਨੇਟ ਡੀਹਾਈਡਰੋਜੀਨੇਸ ਨਾਲ ਬਾਈਂਡ ਕਰ ਜਾਂਦਾ। ਸੋ ਹੁਣ ਜੋ ਸਕਸੀਨੇਟ ਡੀਹਾਈਡਰੋਜੀਨੇਸ ਨੇ ਫੰਕਸ਼ਨ ਪਰਫਾਰਮ ਕਰਨਾ ਸੀ, ਹੁਣ ਹੋ ਨਹੀਂ ਪਾਏਗਾ। ਮੀਨਸ ਜੋ ਪ੍ਰੋਡਕਟਸ ਬਣਨੇ ਚਾਹੀਦੇ ਸੀ ਹੁਣ ਉਹ ਨਹੀਂ ਬਣਨਗੇ। ਨੈਕਸਟ ਇਜ਼ ਐਂਜ਼ਾਈਮ ਕੰਪੋਨੈਂਟਸ। ਮੀਨਸ ਇੱਕ ਐਂਜ਼ਾਈਮ ਦੇ ਵਿੱਚ ਕੀ ਕੀ ਕੰਪੋਨੈਂਟਸ ਪ੍ਰੈਜ਼ੈਂਟ ਹੈ। ਆਪਾਂ ਪੜ੍ਹਿਆ ਕਿ ਐਂਜ਼ਾਈਮ ਜੋ ਹੁੰਦੇ ਆ ਪ੍ਰੋਟੀਨਸ ਹੁੰਦੇ ਆ, ਹੈ ਨਾ। ਤਾਂ ਪ੍ਰੋਟੀਨਸ ਤਾਂ ਹੁੰਦੇ ਆ, ਠੀਕ ਹੈ, ਕੁਝ ਕੁ ਪਾਰਟ ਨਾਨ ਪ੍ਰੋਟੀਨ ਵੀ ਹੁੰਦਾ ਜੋ ਕਿ ਇੰਪੋਰਟੈਂਟ ਹੈ ਐਂਜ਼ਾਈਮ ਦੀ ਕੈਟਾਲਿਟਿਕ ਐਕਟੀਵਿਟੀ ਲਈ। ਸੋ ਦੇਖੋ ਇੱਕ ਕੀ ਲਿਖਿਆ, ਇੱਕ ਹੋਲੋ ਐਂਜ਼ਾਈਮ। ਹੋਲੋ ਐਂਜ਼ਾਈਮ 'ਚ ਦੋਨੋਂ ਚੀਜ਼ਾਂ ਆਉਂਦੀਆਂ, ਮੀਨਸ ਕਿਹੜੀਆਂ ਕਿਹੜੀਆਂ? ਇੱਕ ਐਪੋ ਐਂਜ਼ਾਈਮ ਐਂਡ ਇੱਕ ਕੋਫੈਕਟਰ। ਸੋ ਹੋਲੋ ਐਂਜ਼ਾਈਮ is equal to apoenzyme plus cofactor, right? So ਹੋਲੋ ਐਂਜ਼ਾਈਮ ਕੀ ਹੈ? ਕੈਟਾਲਿਟਿਕਲੀ ਐਕਟਿਵ ਐਂਜ਼ਾਈਮ ਸਿਸਟਮ। ਇਹ ਕੰਪਲੀਟ ਐਂਜ਼ਾਈਮ ਹੈ ਜਿਹਦੇ ਵਿੱਚ ਇੱਕ ਐਪੋ ਐਂਜ਼ਾਈਮ ਆਏਗਾ ਜੋ ਕਿ ਇਨਐਕਟਿਵ ਪ੍ਰੋਟੀਨ ਪੋਰਸ਼ਨ ਹੈ। ਇਹ ਜੋ ਪ੍ਰੋਟੀਨ ਪਾਰਟ ਹੈ ਐਂਜ਼ਾਈਮ ਦਾ, ਇਨਐਕਟਿਵ ਹੈ। ਇਹ ਐਕਟਿਵ ਉਦੋਂ ਹੀ ਹੋਏਗਾ ਜਦੋਂ ਇਹਦੇ ਨਾਲ ਕੋਫੈਕਟਰ ਬਾਈਂਡ ਕਰੇਗਾ। ਓਕੇ, ਇਹ ਇਕੱਲਾ ਪਿਆ, ਬਟ ਜਦੋਂ ਕੋਫੈਕਟਰ ਬਾਈਂਡ ਕਰ ਜਾਂਦਾ ਤੇ ਐਕਟਿਵ ਹੋ ਜਾਂਦਾ। ਸੋ ਉਹ ਕੋਫੈਕਟਰ ਕੋਈ ਵੀ ਹੋ ਸਕਦਾ, ਇੱਕ ਪ੍ਰੋਸਥੈਟਿਕ ਗਰੁੱਪਸ ਹੋ ਸਕਦੇ ਆ ਜੋ ਕਿ ਟਾਈਟਲੀ ਬਾਉਂਡ, ਬਹੁਤ ਟਾਈਟਲੀ ਬਾਉਂਡ ਕਰ ਜਾਂਦੇ ਆ ਐਪੋ ਐਂਜ਼ਾਈਮ ਨਾਲ, ਜਿਵੇਂ ਕਿ ਹੀਮ ਇਨ ਪੈਰੋਕਸੀਡੇਸ। ਇਹ ਇੱਕ ਐਗਜ਼ਾਮਪਲ ਹੈ। ਸੋ ਪੈਰੋਕਸੀਡੇਸ ਐਂਜ਼ਾਈਮ ਦੇ ਵਿੱਚ ਹੀਮ ਜੋ ਹੁੰਦਾ ਉਹ ਇੱਕ ਪ੍ਰੋਸਥੈਟਿਕ ਗਰੁੱਪ ਹੁੰਦਾ। ਦੈਨ ਆ ਗਿਆ ਕੋਐਂਜ਼ਾਈਮਸ। ਇਹ ਵੀ ਕੀ ਹੈ? ਇੱਕ ਕੋਫੈਕਟਰ।
ਸੋ ਟ੍ਰਾਂਜ਼ੀਐਂਟਲੀ ਬਾਉਂਡ, ਇਹ ਬਾਈਂਡ ਤਾਂ ਕਰਦੇ ਆ ਬਟ ਟਾਈਟਲੀ ਨਹੀਂ ਬਾਉਂਡ ਕਰਦੇ, ਪਾਰਸ਼ਲੀ ਬਾਉਂਡ ਕਰਦੇ ਆ। means bond is not very strong, often derived from vitamins, example NAD ਤੇ NADP। ਸੋ ਇਹ ਦੋਨੋਂ ਕੀ ਹੈ, ਕੋਐਨਜ਼ਾਈਮਸ ਹੈ ਜੋ ਕਿ ਵਿਟਾਮਿਨਸ ਤੋਂ ਡਿਰਾਈਵ ਹੁੰਦੇ ਆ। ਦੈਨ ਆ ਗਿਆ ਜ਼ਿੰਕ, ਮੀਨਸ ਇਹ ਮੈਟਾਲਾਈਨਸ, ਕੋਈ ਮੈਟਾਲਾਈਨਸ ਹੋ ਸਕਦੇ ਆ, ਕੋਫੈਕਟਰਸ ਦੀ ਤਰ੍ਹਾਂ ਐਕਟ ਕਰਦੇ ਆ ਜੋ, ਉਹ ਕਿਹੜਾ ਬੌਂਡ ਬਣਾਉਂਦੇ ਆ, ਕੋਆਰਡੀਨੇਸ਼ਨ ਬੌਂਡ। ਕਿਹਦੇ ਨਾਲ, ਸਬਸਟ੍ਰੇਟ ਨਾਲ ਵੀ ਐਂਡ ਐਕਟਿਵ ਸਾਈਟ ਨਾਲ ਵੀ ਇੱਕ ਕੋਆਰਡੀਨੇਸ਼ਨ ਬੌਂਡ ਬਣਾਉਂਦੇ ਆ। ਕੌਣ ਬਣਾਉਂਦੇ ਆ, ਮੈਟਾਲਾਈਨਸ, ਜੋ ਕਿ ਕੀ ਹੈ, ਕੋਫੈਕਟਰਸ। ਜਿਵੇਂ ਕਿ ਜ਼ਿੰਕ ਆਇਨਸ ਇਨ ਕਾਰਬੋਕਸੀ ਪੈਪਟਾਈਡੇਸ। ਸੋ ਕਾਰਬੋਕਸੀ ਪੈਪਟਾਈਡੇਸ ਇੱਕ ਐਂਜ਼ਾਈਮ ਹੈ ਜਿਹਦੇ ਨਾਲ ਜ਼ਿੰਕ ਆਇਨਸ ਕੋਆਰਡੀਨੇਟ ਬੌਂਡ ਬਣਾਉਂਦੇ ਆ ਐਂਡ ਇੱਕ ਕੋਫੈਕਟਰ ਦੀ ਤਰ੍ਹਾਂ ਐਕਟ ਕਰਦੇ ਆ। ਸੋ ਦਿਸ ਇਜ਼ ਆਲ ਅਬਾਊਟ ਐਂਜ਼ਾਈਮ ਕੰਪੋਨੈਂਟਸ। ਇਹਨੂੰ ਤੁਸੀਂ ਨੋਟ ਕਰ ਲਓ ਐਂਡ ਨੈਕਸਟ ਮੈਂ ਤੁਹਾਨੂੰ 3 MCQs ਦੇਣੇ ਆ ਜਿਹਦੇ ਤੁਸੀਂ ਆਨਸਰ ਮੈਨੂੰ ਕਮੈਂਟਸ 'ਚ ਦੇਣੇ ਆ। ਸੋ ਫਸਟ ਕੁਐਸਚਨ ਇਜ਼ ਦਿਸ, correct statement ਦੱਸਣੀ ਹੈ ਤੁਸੀਂ with reference to enzymes, okay? Second question is, this biomolecule has a phosphodiester bond, okay? ਆਪਾਂ ਪੜ੍ਹ ਚੁੱਕੇ ਹਾਂ ਸਾਰੇ questions, so answer in the comments. And third question is this, which of the following is most abundant protein in animal world? So ਜੇ ਤੁਹਾਨੂੰ ਸਾਰਾ ਸਮਝ ਆ ਗਿਆ ਤਾਂ ਕਮੈਂਟਸ 'ਚ ਜ਼ਰੂਰ ਦੱਸਣਾ ਤੁਸੀਂ। ਐਂਡ ਤੁਸੀਂ ਲੈਕਚਰਰ ਕੈਡਰ ਬਾਇਓ ਦੀ ਕਿਹੜੇ ਡਿਸਟ੍ਰਿਕਟ ਤੋਂ ਤਿਆਰੀ ਕਰ ਰਹੇ ਹੋ ਐਂਡ ਤੁਹਾਡੀ ਤਿਆਰੀ ਕਿੱਦਾਂ ਚੱਲ ਰਹੀ ਹੈ, ਮੈਨੂੰ ਤੁਸੀਂ ਜ਼ਰੂਰ ਦੱਸਣਾ ਕਮੈਂਟਸ 'ਚ। ਹੋਰ ਅਗਰ ਤੁਸੀਂ ਕੋਈ ਟੌਪਿਕ ਸਮਝਣਾ ਹੈ ਜਾਂ ਤੁਹਾਨੂੰ ਨੈਕਸਟ ਕਿਹੜੇ ਟੌਪਿਕ 'ਤੇ ਵੀਡੀਓ ਚਾਹੀਦੀ ਹੈ, ਕਾਈਂਡਲੀ ਟੈਲ ਮੀ ਇਨ ਦ ਕਮੈਂਟਸ। ਥੈਂਕ ਯੂ ਵੈਰੀ ਮਚ।